हेलो गाइस, ਤੁਸੀਂ ਦੇਖ ਰਹੇ ਹੋ DMZ ਔਰ ਪਹਿਲਾ ਕੁਐਸਚਨ ਆਉਣ ਦਿਓ। ਹਾਂਜੀ ਦਲਜੀਤ ਭਾਜੀ, ਤੁਸੀਂ ਕਾਫੀ ਦੇਰ ਤੋਂ ਪਲਾਨ ਕਰ ਰਹੇ ਸੀ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕਰਨ ਵਾਸਤੇ ਜੀ ਤੇ ਆਮ ਸੋ ਲੱਕੀ ਕਿ ਆਪਾਂ ਦੋਵਾਂ ਨੇ ਇਕੱਠੇ ਲਾਂਚ ਕੀਤਾ। ਸੋ ਤੁਹਾਨੂੰ ਕਿੱਦਾਂ ਲੱਗਿਆ ਮੇਰੇ ਨਾਲ ਸਾਡੇ ਟੈਨ ਮੋਸ਼ਨ ਤੇ ਸਟੋਰੀ ਟੈਲਿੰਗ ਕੰਮ ਤੇ? ਮੈਂ ਬਹੁਤ ਦੇਰ ਤੋਂ ਸੋਚ ਰਿਹਾ ਸੀ। ਐਕਚੁਅਲੀ ਪਹਿਲੀ ਫਿਲਮ ਤੋਂ ਬਾਅਦ ਹੀ ਮੈਨੂੰ ਸਾਰਿਆਂ ਨੇ ਕਿਹਾ ਸੀ ਕਿ ਹੁਣ ਤੂੰ ਕਿਸੇ ਦੇ ਲਈ ਫਿਲਮ ਨਹੀਂ ਕਰਨੀ। ਜਦੋਂ ਜੱਟ ਐਂਡ ਜੂਲੀਅਟ ਸਾਡੀ ਹਿੱਟ ਹੋ ਗਈ ਸੀ ਕਿ ਹੁਣ ਕਿਸੇ ਲਈ ਫਿਲਮ ਨਹੀਂ ਕਰਨੀ, ਹੁਣ ਤੂੰ ਆਪਣੇ ਲਈ ਫਿਲਮ ਕਰਨੀ। ਬਟ ਮੈਨੂੰ ਤਾਂ ਲੱਗਾ ਕਿ ਯਾਰ ਇਟਸ ਓਕੇ, ਕੀ ਮਤਲਬ ਓਕੇ ਕੰਮ ਹੋ ਰਿਹਾ ਵਧੀਆ, ਇਹੀ ਬਹੁਤ। ਔਰ ਮੇਰੀ ਕੋਈ ਇੱਛਾ ਨਹੀਂ ਸੀ ਪ੍ਰੋਡਿਊਸਰ ਇੱਦਾਂ ਬਣਨ ਦੀ, ਅਤੇ ਮੈਨੂੰ ਇਹ ਸੀ ਕਿ ਮੈਂ ਵਧੀਆ ਕੰਮ ਕਰਾਂ, ਦੈਨ ਫਿਰ ਬਾਲੀਵੁੱਡ 'ਚ ਕੰਮ ਕਰਾਂ, ਇੱਦਾਂ ਇੱਛਾ ਸੀ। ਬਟ ਉਹ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ। ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਕੋਈ ਵੀ ਗੋਲ ਸੈੱਟ ਨਾ ਕਰੋ ਤੁਸੀਂ। ਉਹ ਗੋਲ ਦੂਸਰੇ ਦਿਨ ਤੁਹਾਡੇ ਲਈ ਮਾਇਨੇ ਵੀ ਰੱਖਦਾ ਜਾਂ ਨਹੀਂ ਰੱਖਦਾ, ਇਹ ਪਤਾ ਨਹੀਂ ਹੁੰਦਾ। ਸੋ ਹੁਣ ਮੈਂ ਸਿਰਫ ਇੰਜੋਏ ਕਰ ਰਿਹਾ। ਬਟ ਮੈਂ ਚਾਹੁੰਦਾ ਸੀ ਕਿ ਜਦੋਂ ਫਿਲਮ ਕਰਾਂ ਪ੍ਰੋਡਿਊਸ ਤਾਂ ਉਹ ਸਹੀ ਤਰੀਕੇ ਨਾਲ ਕਰਾਂ। ਔਰ ਆਰਟਿਸਟ ਮੈਂ ਇੱਦਾਂ ਸੁਣਿਆ ਇੱਦਾਂ ਗੱਲਾਂ ਕਰਦੇ, ਆਹ ਨਹੀਂ ਵਧੀਆ, ਇੱਦਾਂ ਨਹੀਂ ਵਧੀਆ। ਮੈਂ ਕਿਹਾ ਯਾਰ ਜੇ ਕਿਤੇ ਮੈਂ ਫਿਲਮ ਬਣਾਵਾਂ, ਮੈਂ ਕਿਸੇ ਆਰਟਿਸਟ ਨੂੰ ਇੱਦਾਂ ਸੁਣ ਲਿਆ, ਮੇਰਾ ਤਾਂ ਦਿਲ ਹੀ ਟੁੱਟ ਜਾਣਾ, ਮੈਂ ਤਾਂ ਕੰਮ ਹੀ ਨਹੀਂ ਕਰ ਸਕਦਾ। ਸੋ ਮੈਨੂੰ ਰਾਈਟ ਬੰਦੇ ਨਹੀਂ ਸੀ ਮਿਲਦੇ। ਸੋ ਦਲਜੀਤ ਥਿੰਦ ਭਾਜੀ ਇਜ਼ ਰਾਈਟ ਪਰਸਨ ਜਿਨ੍ਹਾਂ ਦੇ ਨਾਲ ਮੈਂ ਫਿਲਮ ਕਰ ਸਕਦਾ ਸੀ। ਹਾਲਾਂਕਿ ਮੈਂ ਇੰਨੀਆਂ ਫਿਲਮਾਂ ਕੀਤੀਆਂ, ਸਟੋਰੀਆਂ ਵੀ ਆਪ ਸੋਚਦੇ ਸੀ, ਕਈ ਨਾਮ ਵੀ ਜਿਹੜੇ ਫਿਲਮਾਂ ਦੇ ਆ ਉਹ ਅਸੀਂ ਆਪ ਰੱਖੇ, ਆਪ ਸੋਚੇ, ਪਰ ਮੈਂ ਕਦੇ ਪ੍ਰੋਡਿਊਸ ਕਰਨ ਦੀ ਨਹੀਂ ਸੋਚਿਆ ਕਿਉਂਕਿ ਮੈਨੂੰ ਰਾਈਟ ਜਗ੍ਹਾ ਨਹੀਂ ਸੀ ਮਿਲਦੀ। ਬਟ ਵਿਦ ਥਿੰਦ ਮੋਸ਼ਨ ਪਿਕਚਰਸ ਐਂਡ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਪਹਿਲੀ ਫਿਲਮ ਉਹਨਾਂ ਦੇ ਨਾਲ। ਥੈਂਕ ਯੂ ਭਾਜੀ। ਥੈਂਕ ਯੂ ਭਾਜੀ, ਤੇ ਤੁਹਾਡੇ ਨਾਲ ਕੰਮ ਕਰਕੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ, ਮਜ਼ਾ ਵੀ ਆਇਆ। ਥੈਂਕ ਯੂ। ਸੋਨਮ, ਤੁਹਾਨੂੰ ਕਿੱਦਾਂ ਲੱਗਿਆ ਸਾਡੇ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰਕੇ? ਥਿੰਦ ਮੋਸ਼ਨ ਬਹੁਤ ਵਧੀਆ। ਜਿਹਨੂੰ ਕਹੀਦਾ ਆ ਤੁਸੀਂ ਸਾਡੀਆਂ ਆਦਤਾਂ ਵਿਗਾੜ ਦਿੱਤੀਆਂ ਆ। ਸੋ ਹੁਣ ਜਦੋਂ ਅਸੀਂ ਹੋਰਾਂ ਨਾਲ ਕੰਮ ਕਰਨਾ ਆ, ਇਟਸ ਗੋਇੰਗ ਟੂ ਬੀ ਡਿਫਿਕਲਟ ਬਿਕਾਜ਼ ਆਈ ਡੋਂਟ ਥਿੰਕ ਸੋ ਫਿਲਮਾਂ ਸਾਰੇ ਕਰਦੇ ਆ, ਪਰ ਵੀ ਵਰ ਸਪੋਇਲਡ ਔਨ ਸੈਟ, ਹੈ ਨਾ, ਇਨ ਐਵਰੀ ਪੋਸੀਬਲ ਵੇ। ਸੋ ਹੁਣ ਦਲਜੀਤ ਜੀ, ਇਟਸ ਗੋਇੰਗ ਟੂ ਬੀ ਡਿਫਿਕਲਟ ਤੇ ਅਸੀਂ ਕਿੱਦਾਂ ਮੈਨੇਜ ਕਰਾਂਗੇ? ਵੀ ਆਰ ਸਪੋਇਲਡ ਨਾਓ। ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਇੰਨਾ ਐਕਸਪੈਕਟ ਕੀਤਾ ਸੀ, ਸੋ ਉਸ ਤੋਂ ਬਹੁਤ ਜ਼ਿਆਦਾ, you know, in terms of support, pyar, comfort, everything. And also we ended up making a good film. Oh yes, 100%. So it brought with the satisfaction. 15th October. ਸਨਾਜ਼, ਤੁਹਾਨੂੰ ਕਿੱਦਾਂ ਲੱਗਿਆ ਦੋਨੇ ਪ੍ਰੋਡਕਸ਼ਨ ਹਾਊਸ ਨਾਲ? ਤੁਸੀਂ ਮੈਨੂੰ ਲੱਗਦਾ ਇੱਧਰ ਆ ਜਾਓ, ਮੈਂ ਉੱਧਰ ਜਾਂਦੀ। ਅੱਛਾ, ਮੈਨੂੰ ਤੁਹਾਡੇ ਨਾਲ ਬਹੁਤ ਵਧੀਆ ਲੱਗਾ। ਤੁਹਾਡੀ ਸਮਾਈਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ। ਹੁਣ ਬਟ ਉਹ ਕੈਮਰੇ ਦੇ ਪਿੱਛੇ ਲੋਕਾਂ ਨੇ ਦੇਖਿਆ ਸਪੈਸ਼ਲ ਇੱਥੇ ਫੋਟੋ ਇਦਾਂ ਕਰਕੇ ਆਏਗੀ। ਜਿਵੇਂ ਤੁਹਾਡਾ ਟ੍ਰੇਲਰ ਆਪਣਾ ਲਾਂਚ ਹੋਇਆ, ਮੈਂ ਤੁਹਾਡੀਆਂ ਅੱਖਾਂ 'ਚ ਅਥਰੂ ਦੇਖੇ ਸੀਗੇ। ਹੈ ਅਸੀਂ ਮਿਸ ਕਰ ਗਏ ਕਿ ਅਸੀਂ ਸਿਰਫ ਗੁੱਚੀ ਦਾ ਸਵੈਟਰ ਦੇਖਿਆ। ਬਹੁਤ ਜ਼ਿਆਦਾ ਲਾਈਕ ਅਥਰੂ ਆ ਗਏ ਸੀ ਕਿ ਹਾਂ ਟ੍ਰੇਲਰ ਨੂੰ ਇੰਨਾ ਪਿਆਰ ਮਿਲ ਰਿਹਾ। ਸੋ ਮੈਂ ਲੱਕੀ ਹਾਂ ਕਿ ਜੇ ਅਸੀਂ ਤੁਹਾਨੂੰ ਇੰਨੀ ਖੁਸ਼ੀ ਦੇ ਸਕਦੇ ਹਾਂ, ਤੇ ਸਾਡਾ ਕੰਮ ਆ ਹਸਾਉਣਾ ਤੇ ਅਸੀਂ ਐਂਟਰਟੇਨ ਕਰਨਾ, ਤੇ ਜੇ ਅਸੀਂ ਇੰਨੇ ਕਾਬਿਲ ਹਾਂ ਕਿ ਤੁਹਾਡੇ ਖੁਸ਼ੀ ਦੇ ਆਂਸੂ ਲਿਆਈਏ, ਤੇ ਉਸ ਤੋਂ ਵੱਡੀ ਗੱਲ ਕੀ ਹੈ? ਵਾਓ, ਬਿਊਟੀਫੁਲ ਆਨਸਰ। ਭਾਜੀ, ਤੁਹਾਨੂੰ ਕਦੀ ਬੰਦੇ ਮਿਲਦੇ ਆ ਜਦੋਂ ਆਪਾਂ ਕਹਿ ਦਿੰਦਾ ਡੋਂਟ ਸ਼ੋ ਮੀ ਯੂਰ ਸ਼ੂ ਕਲੈਕਸ਼ਨ, ਸ਼ੋ ਮੀ ਯੂਰ ਬੁੱਕ ਕਲੈਕਸ਼ਨ। ਅੱਛਾ, ਕਿ ਉਹ ਆਪਣੀ ਸ਼ੋਸ਼ਾ ਲਈ ਹੈ ਨਾ ਦੱਸਦੇ ਕਿ ਮੇਰੇ ਕੋਲ ਆਹ ਚੀਜ਼ ਆ, ਉਦੋਂ ਮੇਰੇ ਦਿਮਾਗ ਵਿੱਚ ਹੁੰਦਾ ਯਾਰ ਡੋਂਟ ਸ਼ੋ ਮੀ ਯੂਰ ਸ਼ੂ ਕਲੈਕਸ਼ਨ, ਸ਼ੋ ਮੀ ਯੂਰ ਬੁੱਕ ਕਲੈਕਸ਼ਨ। ਅੱਛਾ, ਕਿ ਤੁਹਾਨੂੰ ਇੱਦਾਂ ਦੇ ਬੰਦੇ ਮਿਲੇ ਕਿ ਉਸ ਟਾਈਮ ਤੇ ਤੁਹਾਡੇ ਦਿਮਾਗ ਵਿੱਚ ਕੀ ਸੋਚ ਸੀਗੀ, ਮੈਂ ਇਹਨੂੰ ਕੀ ਕਹਾਂ? ਬਹੁਤ ਟਾਈਮ ਇੱਦਾਂ ਹੁੰਦਾ ਆ। ਬਟ ਐਕਚੁਅਲੀ ਮੈਨੂੰ ਬਹੁਤ ਇਨੋਸੈਂਟ ਲੱਗਦੇ ਇੱਦਾਂ ਦੇ ਬੰਦੇ। ਜਿਹੜੇ ਬੰਦੇ ਇੱਦਾਂ ਦੀ ਗੱਲ ਕਰਦੇ ਆ ਉਹ ਬਹੁਤ ਹੀ ਇਨੋਸੈਂਟ ਹੁੰਦੇ ਆ, ਬਹੁਤ ਹੀ ਪਿਆਰੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਹਿ ਰਹੇ ਆ। ਔਰ ਸ਼ਾਇਦ ਉਹ ਨਾ ਬਚਾ ਕੇ ਲੁਕੋ ਕੇ ਗੱਲ ਕਰ ਰਹੇ ਹੁੰਦੇ ਆ, ਪਰ ਸਾਹਮਣੇ ਵਾਲੇ ਨੂੰ ਫਿਰ ਵੀ ਪਤਾ ਲੱਗਦੀ ਆ। ਔਰ ਮੇਰੀ ਆਦਤ ਆ ਕਿ ਜੇ ਮੈਨੂੰ ਪਤਾ ਵੀ ਲੱਗਦਾ ਪਿਆ ਉਸ ਗੱਲ ਦਾ, ਤੇ ਮੈਂ ਉਹਨੂੰ ਕਹਿੰਦਾ ਨਹੀਂ ਕਿ ਮੈਨੂੰ ਤੇਰੀ ਗੱਲ ਪਤਾ ਲੱਗ ਗਈ। ਔਰ ਆਈ ਨੋ ਵਟ ਯੂ ਵਾਂਟ ਟੂ ਸੇ, ਆਈ ਨੋ ਵਟ ਯੂ ਵਾਂਟ, ਤੇਰੇ ਅੰਦਰ ਕੀ ਆ, ਤੂੰ ਕੀ ਕਹਿਣਾ ਚਾਹੁੰਦਾ ਉਸ ਚੀਜ਼ ਤੋਂ। ਬਟ ਉਹ ਮੈਨੂੰ ਇਨੋਸੈਂਟ ਲੱਗਦਾ ਕਿਉਂਕਿ ਉਹ ਬਹੁਤ ਹੀ ਇਨੋਸੈਂਟ ਹੀ ਆ ਜਿਹੜੇ ਇੱਦਾਂ ਦੀਆਂ ਹਰਕਤਾਂ ਕਰਦੇ ਪਏ। ਅਦਰਵਾਈਜ਼ ਕਿਸੇ ਨੇ ਕਿਸੇ ਤੋਂ ਕੀ ਲੈਣਾ? ਹਰ ਇੱਕ ਦੀ ਆਪਣੀ ਲਾਈਫ ਆ, ਆਪਣੀ ਜਰਨੀ ਆ। ਤੁਸੀਂ ਜੇ ਕਿਸੇ ਨੂੰ ਪਾਗਲ ਜਾਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਬਹੁਤ ਹੀ ਪਿਆਰੇ ਇਨੋਸੈਂਟ ਇਨਸਾਨ। ਤੁਸੀਂ ਕਿਸੇ ਨੂੰ ਉਹ ਹੀ ਦਓਗੇ ਜੋ ਤੁਹਾਡੇ ਤੋਂ ਮੰਗ ਰਿਹਾ, ਰਾਈਟ? ਇਫ ਰੀਲੀ ਵਾਂਟਸ ਟੂ ਸੀ ਦ ਸ਼ੂ ਕਲੈਕਸ਼ਨ ਦੈਨ ਦ ਬੁੱਕ ਕਲੈਕਸ਼ਨ, ਹੀ ਵਿਲ ਗੈਟ ਦੈਟ। ਜਿੱਦਾਂ ਜੋ ਮਿਲਦਾ ਆ, ਜਿਨ੍ਹਾਂ ਨੇ ਜੋ ਦੇਖਣਾ ਆ, ਵੀ ਜਸਟ ਐਂਡ ਅਪ ਯੂ ਨੋ ਗਿਵਿੰਗ that person that ਮੈਂ ਉਹ ਲੋਕਾਂ ਤੋਂ ਵੈਸੇ ਦੂਰ ਰਹਿੰਦੀ ਹਾਂ ਬਹੁਤ ਜ਼ਿਆਦਾ, ਜਿਹੜੇ ਸਨੈਪਚੈਟ, ਪਹਿਲਾਂ ਮੈਂ ਵੀ ਇੱਦਾਂ ਦੀ ਸੀ ਇੱਕ ਟਾਈਮ ਤੇ ਮੈਂ ਵੀ ਇੱਦਾਂ ਦੀ ਸੀ, ਫੁਕਰੀ ਟਾਈਪ ਐਂਡ
ਫੁਕਰੀਆਂ ਮਾਰਦੀ ਸੀ ਇਹ ਉਹ ਸਨੈਪਚੈਟ ਤੇ ਇਦਾਂ ਬਟ ਮੈਨੂੰ ਲਾਈਫ ਨੇ ਬਹੁਤ ਕੁਝ ਸਿਖਾਇਆ ਐਂਡ ਮੈਂ ਹੁਣ ਉਹਨਾਂ ਲੋਕਾਂ ਤੋਂ ਵੀ ਦੂਰ ਰਹਿੰਦੀ ਹਾਂ। ਮੈਨੂੰ ਡੇਂਜਰਸ ਲੱਗਦੇ ਆ ਉਹ ਲੋਕ ਜਿਹੜੇ ਇਹ ਚੀਜ਼ਾਂ ਕਰਦੇ ਆ ਐਂਡ ਮੈਨੂੰ ਲੱਗਦਾ ਕਿ ਆਪਾਂ ਨੂੰ ਨਾ ਦਿਖਾਉਣ ਦੀ ਲੋੜ ਨਹੀਂ ਹੁੰਦੀ, ਆਪਣਾ ਦਿਖ ਜਾਂਦਾ। ਸਮਝਦਾਰ ਬੰਦੇ ਨਾ ਜਿਹੜੇ ਇੰਟੈਲੀਜੈਂਟ ਹੁੰਦੇ ਆ, ਅੱਜ ਕੱਲ੍ਹ ਕੋਈ ਵੀ ਮਤਲਬ ਇੱਦਾਂ ਦਾ ਬੰਦਾ ਨਹੀਂ ਹੈ ਜਿਹੜਾ ਇੰਟੈਲੀਜੈਂਟ ਨਹੀਂ ਹੈਗਾ, ਸਾਰੇ ਸਮਝਦੇ ਆ ਵਾਈਬਸ ਜਿਹੜੀਆਂ ਵਾਈਬ ਤੇਰੀ ਮੇਰੀ ਮਿਲਦੀ ਇੱਥੇ ਗਾਣਾ ਠੋਕ ਦਿਓ ਪਿੱਛੇ। ਹਾਂ ਤੇ ਉਹ ਜੋ ਵਾਈਬ ਹੈ ਨਾ, ਵਾਈਬ ਆ ਜਾਂਦੀ ਆ ਬੰਦੇ ਨੂੰ ਕਿ ਇਹ ਬੰਦਾ ਕਿੱਦਾਂ ਦਾ ਵਾ। ਮੈਂ ਬੰਦੇ ਦਾ ਜਿਹੜਾ ਮੈਂ ਹਮੇਸ਼ਾ ਬੰਦੇ ਨੂੰ ਦੇਖਦੀ ਆ ਉਹ ਪਿੱਛੇ ਕੀ ਆ, ਅੱਗੇ ਬੋਲਣ ਦੀ ਕੀ ਕੋਸ਼ਿਸ਼ ਕਰ ਰਿਹਾ ਐਂਡ ਬੋਲਣਾ ਕੀ ਚਾਹੁੰਦਾ, ਇਹ ਮੈਨੂੰ ਬਹੁਤ ਚੰਗੀ ਤਰ੍ਹਾਂ ਮਿਲਦਾ। ਬਟ ਮੈਂ ਡਮ ਬਣਦੀ ਆ ਬਾਈ ਚੋਇਸ। ਮੇਰੀ ਸ਼ਨਾਜ਼ ਗਿੱਲ ਡਮ ਬਣਦੀ ਹੈ ਬਾਈ ਚੋਇਸ। ਰਾਈਟ ਮਸਾਲਾ ਫॉर DMC ਕਿ ਜੀ ਤੁਸੀਂ ਆਪਣੇ ਕੈਰੈਕਟਰ ਨਾ ਕਰਦੇ, ਤੁਹਾਡੀ ਜਗ੍ਹਾ ਹੋਰ ਤੁਹਾਡਾ ਕੈਰੈਕਟਰ ਕੌਣ ਪਲੇ ਕਰ ਸਕਦਾ? ਸੌਰੀ ਸਵਾਲ ਮੇਰੇ ਵਾਲੀ। You are the intelligent one. Yeah, right. We are the Each one. Newcomers. Each one. So ਪੰਜਾਬ ਵਿੱਚ ਚੁਣਨੇ ਆ? Yeah, like either Punjabi. ਤਾਂ ਕਿਤੋਂ ਵੀ ਚੜੋ, ਹਾਲੀਵੁੱਡ ਆਪਣੇ ਆਪਣੇ ਹਾਲੀਵੁੱਡ ਚੋਂ ਵੀ ਆਪਣੇ ਚੜੋ, ਹਾਲੀਵੁੱਡ ਚੋਂ ਵੀ ਚੜੋ, ਨਹੀਂ ਪੰਜਾਬੀ। ਹੋਰ ਜਿੱਥੋਂ ਮਰਜ਼ੀ ਚੜੋ ਤੁਸੀਂ, ਜਿੱਥੋਂ ਤੁਹਾਡਾ ਮਨ ਕਰਦਾ। ਹੁਣ ਇੱਥੇ ਕਿਹੜਾ ਪੈਸਾ ਲੱਗਣਾ ਆਪਣਾ। ਅੱਛਾ ਚਲੋ ਹਾਲੀਵੁੱਡ ਦਾ ਸੋਚਦੇ ਆ, ਇੰਟਰਸਟਿੰਗ ਹੋਗਾ। ਜੇ ਜੈਸਮਿਨ ਦਾ ਕਿਰਦਾਰ ਜੇ ਮੈਂ ਹਾਲੀਵੁੱਡ 'ਚ ਕਿਸੇ ਨੂੰ ਦਵਾਂ ਤਾਂ ਗੈਲ ਗਿਦੋਟ ਆਈ ਥਿੰਕ। ਹਾਏ ਉਹ ਇਹਨਾਂ ਨੂੰ ਵੀ ਬਹੁਤ ਪਸੰਦ ਆ। ਹਾਂ ਪੰਜਾਬੀ ਲੱਗਦੀ ਹੈ ਗੱਲ ਤੇ ਮੇਰਾ ਉਹ ਫਿਰ ਤੁਹਾਡਾ ਦੱਸ ਦਿਓ। ਲਿਓਨਾਰਡੋ ਡਿਕਾਪਰੀਓ। ਓਕੇ ਅੱਛਾ ਸੋਚ ਵੱਡੀ ਰੱਖਣੀ ਆ। ਨਹੀਂ ਸੋਚ ਨਹੀਂ ਵੱਡੀ ਰੱਖਣੀ, ਕੰਮ ਚੱਕ ਕੇ ਰੱਖਣਾ। ਅੱਛਾ ਤੇ ਮੈਨੂੰ ਜੇ ਲੱਗਦਾ ਤੇ ਮੇਰਾ ਕਰੈਕਟਰ ਕੌਣ ਕਰ ਸਕਦੀ ਜ਼ਿਆਦਾ ਵਧੀਆ, ਮੈਨੂੰ ਲੱਗਦਾ ਮੈਂ ਹੀ ਕਰ ਸਕਦੀ ਹਾਂ। ਇਹ ਹੋਰ ਵੀ ਕਹਾਂ ਚਲ ਗਈ। ਵੈਰੀ ਗੁੱਡ। ਮਾਈ ਬਤੇਰੀ ਮੇਰੀ ਮਿਲਦੀ ਆ। ਮੈਨੂੰ ਲੱਗਦਾ ਮੈਂ ਹੀ ਪਰਫੈਕਟ ਹਾਂ ਇਸ ਕਰੈਕਟਰ ਲਈ, ਹੋਰ ਕੋਈ ਹੋ ਨਹੀਂ ਸਕਦਾ। ਗੱਲ ਹੀ ਖਤਮ। ਤੁਸੀਂ ਇਸ ਮੂਵੀ 'ਚ ਦਿਖਾਇਆ ਲਾਈਕ ਕਿੰਨਾ ਹਾਰਡ ਆ ਬੱਚਿਆਂ ਨੂੰ ਸਾਹਮਣਾ, ਐਂਡ ਤੁਹਾਡੇ ਪੇਰੈਂਟਸ ਲਈ ਕੀ ਹਾਲ ਸੀ? ਤੁਸੀਂ ਕੀ ਸ਼ਰਾਰਤਾਂ ਕਰਦੇ ਸੀ ਛੋਟੇ ਹੁੰਦੇ ਜੋ ਉਹਨਾਂ ਨੂੰ ਜੀ ਦੱਸੋ। ਨਹੀਂ ਸ਼ਰਾਰਤੀ ਮੇਰੇ ਪੇਰੈਂਟਸ ਨੂੰ ਸਿਰਫ ਜ਼ਿਆਦਾ ਇਹ ਲੱਗਦਾ ਸੀਗਾ ਕਿ ਮੈਂ ਬਹੁਤ ਲੜਦੀ ਆ ਐਂਡ ਮੈਂ ਤੇ ਮੇਰਾ ਭਰਾ ਦੋਨੇ ਟਵਿੰਸ, ਵੀ ਆਰ ਟਵਿੰਸ। ਸੋ ਸਕੂਲ 'ਚ ਹਮੇਸ਼ਾ ਮੇਰੀ ਸ਼ਿਕਾਇਤ ਆਉਂਦੀ ਸੀ। ਨਹੀਂ ਉਹ ਟਵਿੰਸ ਨਹੀਂ ਹੈ ਜਿਨ੍ਹਾਂ ਦੇ ਮੋਢੇ ਜੁੜੇ ਉਦਾਂ ਨਾਟ ਆਈਡੈਂਟੀਕਲ ਟਵਿੰਸ। ਹਾਂ ਕਿ ਪਿੱਛੇ ਲੋਕਾਂ ਨੇ ਮੂੰਹ ਆਇਆ ਅੱਡ ਲਈ ਸਾਰਿਆਂ ਨੇ। ਨਹੀਂ ਤੇ ਮੈਨੂੰ ਵੀ ਪਹਿਲੇ ਇਦਾਂ ਲੱਗਾ ਸੀ ਕਿ ਮੈਂ ਤੁਹਾਨੂੰ ਇੱਕ ਵਾਰੀ ਪੁੱਛਿਆ ਹੀ ਹੈ ਨਾ। ਨਹੀਂ ਕੁੜੀ ਮੁੰਡਾ ਆਈਡੈਂਟੀਕਲ ਨਹੀਂ ਹੋ ਸਕਦੇ। ਹਾਂ ਤੇ ਉਹ ਮੈਂ ਉਹਦੇ ਲਈ ਬਹੁਤ ਪ੍ਰੋਟੈਕਟਿਵ ਸੀ। ਸੋ ਮੈਂ ਉਹਦੇ ਲਈ ਹਮੇਸ਼ਾ ਲੜਾਈ ਕਰਨੀ, ਕਲਾਸ 'ਚ ਵੀ ਕਿਸੇ ਨੇ ਵੀ ਉਹਨੂੰ ਕੁਝ ਕਹਿਣਾ। ਸੋ ਮੇਰੀ ਉਸ ਕਰਕੇ ਘਰੇ ਸ਼ਿਕਾਇਤ ਜਾਂਦੀ ਹੁੰਦੀ ਸੀ। ਬਿਲਕੁਲ ਕਹਿ ਨਹੀਂ ਸੀ ਸਕਦਾ ਉਹਨੂੰ। ਮੈਂ ਉਹਦੇ ਲਈ ਬਹੁਤ ਪ੍ਰੋਟੈਕਟਿਵ ਸੀ। ਸੋ ਉਹਦੇ ਲਈ ਮੈਂ ਕਿਸੇ ਤੋਂ ਵੀ ਲੜ ਜਾਣਾ ਤੇ ਉਹਦੇ ਕਰਕੇ ਮੇਰੇ ਘਰੇ ਕਾਫੀ ਮੇਰੇ ਲਈ ਕੰਪਲੇਂਟਸ ਆਉਂਦੀਆਂ ਸੀਗੀਆਂ। ਮੈਂ ਸੱਚੀ ਦੱਸਾਂ ਤਾਂ ਮੈਂ ਮੇਰਾ ਬਚਪਨਾ ਸ਼ਰਾਰਤਾਂ ਵਾਲਾ ਰਿਹਾ ਹੀ ਨਹੀਂ ਆ। ਮੇਰਾ ਬਚਪਨਾ ਥੋੜਾ ਡਿਫਿਕਲਟੀਜ਼ ਵਾਲਾ ਸੀ। ਬਟ ਹਾਂ ਮੈਂ ਇੱਦਾਂ ਦੀ ਮੂਮੈਂਟਸ ਦੱਸ ਸਕਦੀ। ਮੈਂ ਆਪਣੇ ਚਾਚਾ ਜੀ ਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਐਂਡ ਮੈਨੂੰ ਆਪਣੀਆਂ ਹੀ ਕਿਊਟ ਮੂਮੈਂਟਸ ਲੱਗਦੀਆਂ ਜਦੋਂ ਚਾਚਾ ਜੀ ਲੇਟ ਹੋ ਜਾਂਦੇ ਸੀਗੇ ਨਾ। ਘਰੇ ਨਹੀਂ ਸੀ ਹੁੰਦੇ, ਸਾਡੀ ਦੁਕਾਨ ਸੀ ਉੱਥੇ ਐਂਡ ਚਾਚਾ ਜੀ ਜਦੋਂ ਲੇਟ ਹੁੰਦੇ ਸੀ, ਮੈਂ ਸਾਡੇ ਇੱਕ ਜਿੱਦਾਂ ਬਣਾਇਆ ਹੋਇਆ ਸੀ ਵੀ ਜਿੱਦਾਂ ਪ੍ਰੇ ਕਰਦੇ ਹਾਂ ਜਿੱਥੇ ਉਹ ਕਮਰਾ ਬਣਾਇਆ ਸੀ, ਮੈਂ ਉੱਥੇ ਜਾਣੀ ਬਾਬਾ ਜੀ ਪਲੀਜ਼ ਮੇਰੇ ਚਾਚਾ ਜੀ ਨੂੰ ਛੇਤੀ ਘਰੇ ਭੇਜ ਦਿਓ, ਪਲੀਜ਼ ਅੱਜ ਭੇਜ ਦਿਓ। ਮੈਨੂੰ ਹੁੰਦਾ ਸੀ ਕਿ ਉਹਨਾਂ ਦੀ ਨਾ ਲਾਈਕ ਉਮਰ ਵੱਡੀ ਹੁੰਦੀ ਜਾਵੇ। ਜਦੋਂ ਆਵਾਜ਼ ਆਈ ਥੈਂਕ ਯੂ ਬਾਬਾ ਜੀ, ਆਪਾਂ ਕੱਲ ਮਿਲਦੇ ਹਾਂ, ਅੱਜ ਉਹ ਆ ਗਏ ਨੇ, ਹਾਂ ਠੀਕ ਆ ਓਕੇ। ਤੇ ਜਦੋਂ ਚਾਚਾ ਜੀ ਨੇ ਲੇਟ ਹੋ ਜਾਣਾ ਜਾਂ ਕਿੱਦਾਂ, ਮੈਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ, ਉਹਨਾਂ ਦਾ ਲੈਟਰ ਲਿਖਣੇ ਦਿਲ ਮਤਲਬ ਇੰਨਾ ਕੁ ਜ਼ਿਆਦਾ ਉਹ ਕਰਦੀ ਸੀ ਨਾ। ਮਤਲਬ ਬਾਬਾ ਜੀ ਨੂੰ ਉਹ ਅਟਰੈਕਟ ਕਿ ਮੇਰੇ ਚਾਚਾ ਜੀ ਨੂੰ ਹਮੇਸ਼ਾ ਖੁਸ਼ ਰੱਖਿਓ ਪਲੀਜ਼, ਉਹਨਾਂ ਨੂੰ ਕੁਝ ਹੋਵੇ ਨਾ। ਉਹਨਾਂ ਨਾਲ ਮੇਰਾ ਬੜਾ ਉਹ ਸੀਗਾ। ਮੈਂ ਕੰਧਾਂ ਤੇ ਬਹੁਤ ਲਿਖਦਾ ਸੀ ਤੇ ਉਹ ਮੇਰੇ ਘਰ ਦੇ ਪਰੇਸ਼ਾਨ ਰਹਿੰਦੇ ਸੀ। ਨਿਆਣੇ ਨੂੰ ਆਦਤ ਹੁੰਦੀ ਨਾ ਕੰਧਾਂ ਤੇ ਲਿਖਣ ਦੀ, ਤੇ ਮੈਂ ਬਹੁਤ ਕੰਧਾਂ ਤੇ ਲਿਖਿਆ। ਇੱਕ ਵਾਰ ਮੈਨੂੰ ਯਾਦ ਆ ਮਮ ਡੈਡ ਘਰੇ ਨਹੀਂ ਸੀ ਤੇ ਮੈਂ ਕੰਧਾਂ ਤੇ ਲਿਖੀ ਜਾਵਾਂ। ਮੇਰੀ ਭੈਣ ਮੇਰੀ ਮੈਨੂੰ ਬਹੁਤ ਕੁੱਟਦੀ ਹੁੰਦੀ ਸੀ ਤੇ ਉਹ ਕਹਿੰਦੀ ਜਦੋਂ ਮੰਮੀ ਆਏ ਦੇਖੀ ਤੇਰੇ ਕਿੱਡੇ ਛਿੱਤਰ ਪੈਣੇ। ਉਹਨੇ ਫੋਨ ਵੀ ਕੀਤਾ ਸਾਡੇ ਰਿਸ਼ਤੇਦਾਰਾਂ ਨੂੰ ਕਿ ਲਵੀ ਨੇ ਅੱਜ ਕੰਧਾਂ ਤੇ ਲਿਖ ਲਿਆ। ਉਹ ਕਹਿੰਦੇ ਕੋਈ ਗੱਲ ਨਹੀਂ ਲਿਖ ਲੈਣ ਦੇ। ਕਿ ਮੇਰੀ ਪੇਰੈਂਟਸ ਕਹਿੰਦੇ ਵੀ ਕੋਈ ਨਹੀਂ ਹੁਣ ਕਿੱਥੇ ਪਰੇਸ਼ਾਨ ਕਰ। ਮੈਂ ਸੁਣ ਲਿਆ ਵੀ ਮੰਮੀ ਕਹਿੰਦੀ ਕੋਈ ਨਹੀਂ ਲਿਖ ਸਕਦਾ। ਮੈਂ ਹੋਰ ਵੱਡਾ ਕਰਕੇ ਲਿਖਿਆ ਕੰਧਾਂ ਦੇ ਉੱਤੇ। ਉਹ ਮੇਰੀ ਇੱਕ ਆਦਤ ਸੀ ਕੰਧਾਂ ਤੇ ਲਿਖਣਾ। ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਏਦਾਂ ਦੀਆਂ ਗੱਲਾਂ। ਤੇ ਏਦਾਂ ਮੈਨੂੰ ਫਿਰ ਬਹੁਤ ਗਾਲਾਂ ਪੈਣੀਆਂ, ਤੂੰ ਕੰਧਾਂ ਤੇ ਬਹੁਤ ਲਿਖਦਾ।
हम दो हमारे दो ਇਹ ਤਾਂ ਨਹੀਂ ਇਹ ਨਹੀਂ ਲਿਖਿਆ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਭਾਈ ਇਦਾਂ ਬੋਲਿਆ ਤਾਂ ਯੈਸ ਚਲੋ ਜੀ ਦੱਸੋ ਮੈਨੂੰ ਤੁਸੀਂ ਤਿੰਨੋਂ ਇੱਕ ਕੁਆਲਿਟੀ ਦੱਸੋ ਬੈਸਟ ਕੁਆਲਿਟੀ ਵਰਕਿੰਗ ਵਿਦ ਈਚ ਅਦਰ ਬੈਸਟ ਕੁਆਲਿਟੀ ਅਬਾਊਟ ਸ਼ਨਾਜ਼ ਆਈ ਵੁੱਡ ਸੇ ਇਜ਼ ਉਹਨਾਂ ਦਾ ਕੌਨਫੀਡੈਂਸ ਮੈਨੂੰ ਬਹੁਤ ਵਧੀਆ ਲੱਗਦਾ ਆ ਉਹੀ ਚੀਜ਼ ਮੈਨੂੰ ਸ਼ਿੰਦੇ 'ਚ ਵੀ ਬਹੁਤ ਵਧੀਆ ਲੱਗਦੀ ਆ ਔਰ ਉਹੀ ਚੀਜ਼ ਮੈਨੂੰ ਦਿਲਜੀਤ 'ਚ ਵੀ ਬਹੁਤ ਵਧੀਆ ਲੱਗਦੀ ਆ ਬਹੁਤ ਵਧੀਆ ਸਾਰਤਾ ਯਾ ਹਾਂ ਡੀਐਮਜੀ ਨੂੰ ਜ਼ਿਆਦਾ ਮਸਾਲਾ ਨਹੀਂ ਮਿਲਿਆ ਇਸ ਕੁਐਸਚਨ ਆਨਸਰ ਕੁਆਲਿਟੀ ਆਹੀ ਆ ਮੈਨੂੰ ਠੀਕ ਹੈ ਤੁਸੀਂ ਮਸਾਲੇ ਵਾਲੇ ਤੁਸੀਂ ਦੋ ਚੱਲ ਚਲਾ ਮਸਾਲਾ ਕੁਆਲਿਟੀ ਇਹੀ ਕਿ ਲਾਈਕ ਕੈਰੀ ਕਰ ਲੈਂਦੇ ਆ ਕਿਸੇ ਵੀ ਚੀਜ਼ ਨੂੰ ਕਿ ਚਾਹੇ ਪੰਜਾਬੀ ਸਟਾਈਲ ਆ ਚਾਹੇ ਕੋਈ ਵੀ ਆ ਆਪਣਾ ਦੂਜਾ ਬੋਲਡ ਵੀ ਹੋਵੇ ਚਾਹੇ ਮਤਲਬ ਉਹ ਕੈਰੀ ਕਰਨਾ ਹੁੰਦਾ ਈਜ਼ੀ ਐਂਡ ਦਿਲਜੀਤ ਦੋਸਾਂਝ ਇਹਨਾਂ ਦੀ ਕੁਆਲਿਟੀ ਦੱਸਣੀ ਆ ਤੂੰ ਦਿਸ ਕੁਆਲਿਟੀ ਦੱਸ ਦੇ ਮਸਾਲਾ ਚਾਹੀਦਾ ਮਸਾਲਾ ਦੱਸਿਆ ਕਿ ਕਿਹੜੀ ਚੀਜ਼ ਪਸੰਦ ਨਹੀਂ ਆ ਹਾਂ ਕੁਐਸਚਨ ਚੇਂਜ ਕਰਦੇ ਨਹੀਂ ਕੁਐਸਚਨ ਚੇਂਜ ਇਹ ਦੁਬਾਰਾ ਦੇ ਆ ਚਲੋ ਪਹਿਲਾਂ ਹਾਂ ਇਹ ਵੀ ਦੱਸਦੇ ਆ ਉਹ ਬਹੁਤ ਅੱਛਾ ਮਸਾਲਾ ਮਿਲਦਾ ਜਾ ਰਿਹਾ ਡੀਐਮਜੀ ਨੂੰ ਵੈਰੀ ਗੁੱਡ ਪਹਿਲਾਂ ਕੁਆਲਿਟੀ ਦੱਸ ਤੇ ਇਹਨਾਂ ਦੀ ਕੁਆਲਿਟੀ ਆ ਮੈਂ ਸੱਚੀ ਮੈਂ ਫੇਰ ਉਹੀ ਗੱਲ ਕਰੂੰਗੀ ਰੱਬ ਨਾਲ ਬਹੁਤ ਕਨੈਕਟਡ ਹੋ ਮੈਂ ਵੀ ਹੋਣਾ ਚਾਹੁੰਦੀ ਆ ਸਾਰੇ ਹੀ ਆਪਾਂ ਹਾਂ ਇਸ ਨਹੀਂ ਮੈਂ ਨਹੀਂ ਹੈਗੀ ਹਾਂ ਹਾਂ ਮੈਂ ਬਿਲੀਵ ਕਰਦੀ ਆ ਕਰਮਾਂ ਤੇ ਚੰਗਾ ਗਿਵ ਐਂਡ ਟੇਕ ਚ ਠੀਕ ਹੈ ਬਈ ਇਹ ਰੱਬ ਮਤਲਬ ਕਰੂੰਗੇ ਵਧੀਆ ਤੇ ਵਧੀਆ ਬਟ ਨਹੀਂ ਮੈਨੂੰ ਲੱਗਦਾ ਆਪਾਂ ਨੂੰ ਸ਼ਾਇਦ ਡੀਪਲੀ ਜ਼ਿਆਦਾ ਉੱਪਰ ਜਾ ਕੇ ਸੋਚਣਾ ਚਾਹੀਦਾ ਕਿ ਰੱਬਾ ਤੂੰ ਕੀ ਹੈ ਉਹ ਤੂੰ ਕੌਣ ਹੈ ਕੌਣ ਆ ਇਹ ਬੰਦਾ ਹੈ ਕੌਣ ਯਾਰ ਇੰਨਾ ਜ਼ਿਆਦਾ ਇਹਦੇ ਅੱਗੇ ਚੱਲਦੀ ਨਹੀਂ ਜਿਹਦੀ ਉਹ ਚੀਜ਼ ਤੇ ਉਹ ਤੁਸੀਂ ਕਨੈਕਟ ਕਰ ਰਹੇ ਹੋ ਨਾ ਤੇ ਮੈਨੂੰ ਦੱਸਿਓ ਜਿੱਦਣ ਕਨੈਕਸ਼ਨ ਤੁਹਾਡਾ ਜ਼ਿਆਦਾ ਜੁੜ ਗਿਆ ਉਧਰ ਮੈਂ ਨਿਕਲ ਜਾਣਾ ਫਿਰ ਦੱਸਣ ਜੋ ਕਰੇ ਬਸ ਨਿਕਲਣ ਵਾਲਾ ਹੀ ਆ ਮੈਂ ਆ ਵਧੀਆ ਔਰ ਮੈਂ ਕੁਆਲਿਟੀ ਦੱਸਾਂ ਸੋਨਮ ਤਾਂ ਕੁਆਲਿਟੀਆਂ ਪਾਈਆਂ ਮਤਲਬ ਇੱਕ ਕੁਆਲਿਟੀ ਦੱਸੇ ਕੋਈ ਬੰਦਾ ਸ਼ੀ ਇਜ਼ ਕੁਆਲਿਟੀ ਹੈ ਅਬਵ ਕੁਆਲਿਟੀ ਇਹ ਠੀਕ ਹੈ ਸ਼ੀ ਇਜ਼ ਅਬਵ ਕੁਆਲਿਟੀ ਹਰ ਕੁਆਲਿਟੀ ਖਾਣਾ ਵਧੀਆ ਪੀਣਾ ਵਧੀਆ ਲਿਖਣਾ ਵਧੀਆ ਐਕਟਿੰਗ ਵਧੀਆ ਰੂਪ ਵਾਲੋ ਹਸਾ ਲੋ ਰਵਾ ਲੋ ਆਲ ਰਾਊਂਡਰ ਹੀ ਆਪਣੀ ਸੋਨਮ ਜੀ ਨਹੀਂ ਹੈਗਾ ਐਕਚੁਅਲੀ ਸ਼ੀ ਕੈਨ ਡੂ ਐਨੀਥਿੰਗ ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਚੀਜ਼ ਨੂੰ ਹੀ ਚੱਕ ਲੈਂਦੇ ਆ weight ਬਹੁਤ ਚੱਕਦੇ ਨੇ ਜਿਮ 'ਚ ਐਂਡ ਸ਼ਹਿਨਾਜ਼ ਗਿੱਲ ਇਜ਼ ਜੋ ਹੈ ਉਹ ਸਾਰਾ ਮੂੰਹ ਤੇ ਹੈ ਤੁਹਾਡੇ ਜੋ ਅੰਦਰ ਹੈ ਉਹੀ ਤੁਹਾਡੇ ਮੂੰਹ ਤੇ ਹੈ ਕੋਈ no filter zone with ਸ਼ਹਿਨਾਜ਼ ਗਿੱਲ so which is her quality ਉਹਦੀ ਕੁਆਲਿਟੀ ਹੈ ਕਿ ਜਿੱਦਾਂ ਦੀ ਉਹ ਹੈ ਉਦਾਂ ਦੀ ਹੈ ਉਦਾਂ ਹੀ ਉਹਨੂੰ ਸਾਰੇ ਪਸੰਦ ਕਰਦੇ ਆ ਹੁਣ ਜਿਹੜੀ ਚੀਜ਼ਾਂ ਨਹੀਂ ਪਸੰਦ ਇਹ ਮੈਂ ਪਹਿਲਾਂ ਜਵਾਬ ਨਹੀਂ ਦੇਣਾ ਇਹ ਦੋ ਹਰ ਨਹੀਂ ਤੂੰ ਹੀ ਅੱਜ ਜੋ ਹੈਗੀ ਤੂੰ ਹੀ ਆ ਡੀਐਮਜੀ ਦਾ ਪਹਿਲਾ ਨਾ ਮੇਰੇ ਗੈਂਗ ਆਪਣੀ ਉਧਰੋਂ ਬੰਦ ਫਿਰ ਨਹੀਂ ਇਧਰੋਂ ਹੀ ਉਹੀ ਪਹਿਲਾਂ ਦੱਸੋ ਹੀ ਨਹੀਂ ਐ ਨਾ ਕਰੋ ਹੁਣ ਹਰ ਚੀਜ਼ 'ਚ ਮੈਂ ਨਹੀਂ ਦੱਸੋ ਫਿਰ ਓ ਮਾਈ ਗॉड ਡੀਐਮਜੀ ਨੂੰ ਬਹੁਤ ਮਸਾਲਾ ਮਿਲਣਾ ਆ ਜਾਓ ਜੀ ਫਿਰ ਮੈਨੂੰ ਕਿਉਂਕਿ ਇਦਾਂ ਕੋਈ ਹੈ ਮੈਨੂੰ ਸੋਚਣ ਦੋ ਸੋਚ ਕੀ ਚੀਜ਼ ਨਹੀਂ ਪਸੰਦ ਫਿਰ ਤੇ ਬਬਲ ਬਣੇਗਾ ਦਾ ਪਪਮ ਤੂੰ ਬਣੇਗਾ ਮਸਾਲਾ It's very hard. I don't it's know okay. what Do it. ਕੁਛ ਵੀ ਬੋਲਣਾ ਹਿੰਮਤ ਰੱਖਣੀ ਹੈ ਹਾਂ ਕੁਛ ਵੀ ਅੱਛਾ ਫਿਰ ਬੋਲ ਦੋ ਪਹਿਲਾਂ ਤੁਸੀਂ ਬੋਲੋ ਮੈਂ ਬਾਅਦ ਚ ਬੋਲਾਂ ਹਾਏ ਰੱਬਾ ਇਹ ਦੇਖ ਲਓ ਕਿਉਂਕਿ ਤੁਹਾਡੇ ਤੋਂ ਸ਼ੁਰੂਆਤਾਂ ਹੁੰਦੀਆਂ ਨਾ ਇਹ ਆ ਕਿਉਂ ਮੇਤੋਂ ਕਿਉਂ ਕਿਉਂਕਿ ਤੁਸੀਂ ਅੱਛਾ ਪਹਿਲਾਂ ਤੁਸੀਂ ਦੱਸੋ ਨਹੀਂ ਪਲੀਜ਼ ਬੋਲੋ ਫਿਰ ਕੀ ਹੈ ਬੋਲ I actually don't know. ਫਿਰ ਵੀ ਵੈਸੇ ਮਤਲਬ ਉਹ ਨਹੀਂ ਲੱਗਦਾ ਬੰਦੇ ਨੂੰ ਯਾਰ ਇਦਾਂ ਬਸ ਇਦਾਂ ਬਸ ਮੈਨੂੰ ਟਾਈਮ ਲੱਗੂਗਾ ਪਹਿਲਾਂ ਦੱਸ ਆਉਣ ਦੇ ਨਹੀਂ ਆਈ ਜੋ ਤੂੰ ਨਹੀਂ ਵਾਈ ਤੂੰ ਇੰਨਾ ਸੀਰੀਅਸ ਕਿਉਂ ਕਹਿਣਾ ਚਾਹੁੰਦੀ ਆ ਪੋਜ਼ਿਟਿਵ ਤਾਂ ਆਪਾਂ ਬੋਲ ਹੀ ਦਿੰਦੇ ਹਾਂ ਹਰ ਇੱਕ ਦੇ ਬਾਰੇ ਉਹ ਤਾਂ ਬਹੁਤ ਈਜ਼ੀ ਹੈ ਨਾ ਤਾਂ ਮੈਂ ਇੰਨਾ ਡੀਪਲੀ ਜਾਣਦੀ ਜਾਓ ਡੀਪਲੀ ਜਿੰਨਾ ਕੁ ਤੁਸੀਂ ਮੈਂ ਕਹਿੰਦਾ ਤੂੰ ਬੋਲ ਮੈਂ ਐਕਚੁਅਲੀ ਹੁਣ ਇੰਨਾ ਲਾਈਕ ਕਿੱਦਾਂ ਦੱਸਾਂ ਵੀ ਮੈਂ ਇਹਨੂੰ ਯਾਰ ਜਾਣਦੀ ਨਹੀਂ ਟਾਈਮ ਨਹੀਂ ਸਪੈਂਡ ਕੀਤਾ ਇਹਨੇ ਮੇਰਾ ਟਾਈਮ ਨਹੀਂ ਸਪੈਂਡ ਨਹੀਂ ਕਰਦੀ ਇਦਾਂ ਇਹ ਵੀ ਇੱਕ ਬੈਡ ਗੱਲ ਹੀ ਮਤਲਬ ਇੰਨਾ ਡੀਪ ਨਾ ਸੋਚ ਥਾ ਮਾਰ I ਤੁਸੀਂ ਯਾਦ ਕਰੋ ਤਾਂ ਫਿਰ ਮੈਨੂੰ ਪਤਾ ਚੱਲ ਦੱਸ ਦੋ ਯਾਰ ਮੈਨੂੰ ਕਿਉਂ ਚਾਹੁੰਦੀ ਆ ਵੀ ਕਿੰਨਾ ਡੀਪ ਜਾਂਦੇ ਸਾਲਾ ਮੈਂ ਵੀ ਉਹਨਾਂ ਡੀਪ ਜਾਵਾਂ ਏਦਾਂ ਨਾ ਕਰ ਨਾ ਇਹਦਾ ਦਿਲ ਦੀ ਗੱਲ ਦੱਸ ਨਾ ਹਰ ਡੀਐਮਜੀ ਨਾਲ ਇੰਨਾ ਧੋਖਾ ਨਹੀਂ ਚੱਲੇਗਾ ਨਾ ਨਹੀਂ ਆ ਜਾ ਕੁਛ ਵੀ ਕਹਿ ਕੇ ਗੱਲ ਮੁਕਾ ਹਾਂ
ਕੁਛ ਵੀ ਕਹਿ ਕੇ ਗੱਲ ਯਾਰ ਇਹ ਠੀਕ ਨਹੀਂ ਮੈਨੂੰ ਤੁਸੀਂ ਪਹਿਲਾਂ ਕਹੋ ਨਹੀਂ ਨਾ ਕਹਿ ਮੈਨੂੰ ਨਹੀਂ ਪਤਾ ਚੱਲ ਮੇਰੇ ਬਾਰੇ ਕਹਿ ਪਤਾ ਤੇ ਇੰਨਾ ਕਿ ਮੇਰੀ bad deep ਪੁੱਛ quality। ਲਿਆ ਨਾ ਮਜ਼ੇਦਾਰ। ਤੁਹਾਡੀ ਮਜ਼ੇਦਾਰ ਨਾ? ਕੁਆਲਿਟੀ ਹਾਂ ਆ ਦੇ ਮੇਰੇ ਬਾਰੇ ਦੱਸਣ ਤਿਆਰ ਹੋ ਗਏ ਕਹਿ ਕਿਉਂਕਿ ਤੁਹਾਡੇ ਨਾਲ ਐਟਲੀਸਟ ਸੁਣਨਾ ਟਾਈਮ ਮੈਂ ਬੋਲਦੀ ਹਾਂ ਹਾਂ ਜੀ ਇਹਨਾਂ ਦੀ ਬੈਡ ਕੁਆਲਿਟੀ। ਚਲੋ ਸਾਲਾ ਬੇਤੇ ਲੱਗ ਗਿਆ ਓਕੇ ਕਿੰਨਾ ਦੀ ਦਿਲਜੀਤ ਤਾਂ ਡੀਐਮਜ਼ੀ ਮਤਲਬ ਜਿੰਨਾ ਕਿ ਮੈਂ ਇਹਨਾਂ ਨੂੰ ਪਹਿਲਾਂ ਸੋਚਿਆ ਸੀ ਨਾ ਜਦੋਂ ਮੈਂ ਇੰਟਰਵਿਊ ਦੇ ਰਹੀ ਸੀ ਕਿ ਮਾਈ ਡ੍ਰੀਮ ਟੂ ਵਰਕ ਵਿਦ ਹਿਮ ਇਹ ਉਹ ਹੁਣ ਬਿਲਕੁਲ ਮਨ ਨਹੀਂ ਕੀਤਾ ਦੁਬਾਰਾ ਮੈਂ ਨਹੀਂ ਮੈਨੂੰ ਲੱਗਾ ਬਹੁਤ ਕੂਲ ਪਰਸਨੈਲਿਟੀ ਆ ਬਹੁਤ ਜ਼ਿਆਦਾ ਕੂਲ ਪਰਸਨੈਲਿਟੀ ਆ ਮਤਲਬ ਬੰਦਾ ਗੱਲ ਕਰੋਗੇ ਬਟ ਹੀ ਇਜ਼ ਵੈਰੀ ਰਿਜ਼ਰਵ ਜੋ ਮੈਨੂੰ ਵਧੀਆ ਵੀ ਲੱਗਦਾ ਰਿਜ਼ਰਵ ਮੀਨਸ ਓਨਲੀ ਪ੍ਰੋਫੈਸ਼ਨਲ ਕਿ ਮਤਲਬ ਇਹਨਾਂ ਨੂੰ ਲੱਗਦਾ ਸ਼ਾਇਦ ਮੈਂ ਇਹ ਗੱਲ ਕਰੂੰਗਾ ਤੇ ਸ਼ਾਇਦ ਇੰਨੀ ਕੁ ਕਰਨੀ ਚਾਹੀਦੀ ਹੈ ਇੰਨੀ ਮਤਲਬ ਇਹਨਾਂ ਨੂੰ ਕੰਫਰਟ ਜ਼ੋਨ 'ਚ ਛੇਤੀ ਨਹੀਂ ਆਉਂਦੇ I get what you're saying. ਕੰਫਰਟ ਜ਼ੋਨ 'ਚ ਜਲਦੀ ਨਹੀਂ ਆਉਂਦੇ Reserve ਆ। ਰਿਜ਼ਰਵ ਟਾਈਪ ਨੇ ਮੈਂ ਇਹਨਾਂ ਨੂੰ ਸ਼ਾਇਦ ਆਪਾਂ ਐਂਡ ਵਾਲੇ ਦਿਨ ਵੀ ਮੈਂ ਇਹਨਾਂ ਕਹਿ ਤਾਂ ਨੂੰ ਹੀ ਤੂੰ ਕਿਹਾ ਸੀ ਕਹਿ ਗਈ। ਕਿ ਜਦੋਂ ਆਪਾਂ ਕੰਮ ਕਰਦੇ ਆ ਨਾ ਤੇ ਪਲੀਜ਼ ਆਪਾਂ ਜੇ ਅੱਗੇ ਕਦੀ ਜ਼ਿੰਦਗੀ 'ਚ ਸ਼ਾਇਦ ਕੰਮ ਕਰੀਏ ਤੇ ਥੋੜਾ ਜਿਹਾ ਨਾ ਜਿਵੇਂ ਮਤਲਬ ਮੇਰੇ ਨਾਲ ਥੋੜਾ ਜਿਹਾ ਮਤਲਬ ਬਣਾ ਕੇ ਚੱਲਿਓ ਕਿ ਜਿਵੇਂ ਮਤਲਬ ਗੱਲ ਵੀ ਕਰਿਓ ਕਿ ਜਦੋਂ ਆਪਾਂ ਗੱਲ ਨਹੀਂ ਨਾ ਕਰਦੇ ਸਿੱਧਾ ਆਪਾਂ ਕੈਮਰਾ ਤੇ ਹੁੰਨੇ ਆ ਫਿਰ ਬਹੁਤ ਅਨਕੰਫਰਟੇਬਲ ਫੀਲ ਹੁੰਦਾ ਵੈਸੇ ਤਾਂ ਇਹ ਕੰਫਰਟ ਜ਼ੋਨ 'ਚ ਲੈ ਆਉਂਦੇ ਆ ਬਟ ਥੋੜਾ ਜਿਹਾ ਬੰਦਾ ਪਹਿਲਾਂ ਵੀ ਗੱਲ ਕੀਤੀ ਹੋਵੇ ਨਾ ਉਹ ਜ਼ਿਆਦਾ ਵਧੀਆ ਰਹਿੰਦਾ ਮੈਨੂੰ ਲੱਗਦਾ ਕਿ ਉਹ ਕੁਆਲਿਟੀ ਹੋਣੀ ਜ਼ਰੂਰੀ ਆ ਤੁਸੀਂ ਰਿਜ਼ਰਵ ਹੋ ਇਹ ਹੈਗੀ ਮੇਰੇ ਚ ਨੈਗੇਟਿਵ ਬਹੁਤ ਪੁਆਇੰਟ ਨਹੀਂ ਇਹ ਆ ਹਾਂ, ਨਹੀਂ, ਇਹ ਨਹੀਂ। ਨੈਗੇਟਿਵ ਵੀ ਨਹੀਂ ਆ ਇਹ ਪੋਜ਼ਿਟਿਵ ਵੀ ਨਹੀਂ ਨਹੀਂ ਮੈਨੂੰ ਪਹਿਲਾਂ ਲੱਗਦਾ ਸੀ ਇਹ ਨੈਗੇਟਿਵ ਆ ਹੂੰ ਪਰ ਹੁਣ ਮੈਨੂੰ ਲੱਗਦਾ ਹੈ ਥੈਂਕ ਗॉड ਲੈ ਹਾਂ ਨਾ ਆਮ ਵੈਰੀ ਲੱਕੀ ਯਾ ਆਉਣ ਦੇ ਮੇਤੇ ਸੈਟ ਕਰੋ ਚਲੋ ਨਹੀਂ ਹੁਣ ਤੂੰ ਉੱਤੇ ਸੈਟ ਸ਼ੁਰੂ ਤੋਂ ਹੋਈ ਹੈ ਨਾ ਹਾਂ ਮੇਰੇ ਯਾਰ ਨਾਲ- ਮੈਂ ਤੁਹਾਡੀ ਫੜ ਲਈ ਇੱਕ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਬ్రో ਸੀ ਲਿਸਨ ਟੂ ਮੀ ਇੱਕ ਬੰਦੇ ਨੇ ਦੋਨਾਂ ਬਾਰੇ ਦੱਸਣਾ Okay, ਹੁਣ ਚਲੋ ਤੂੰ ਸ਼ੁਰੂ ਹੋ ਮੈਂ ਗਈ ਹੁਣ ਸੋਨਮ ਬਾਰੇ ਦੱਸ ਦੇ ਠੀਕ ਆ ਸੋਨਮ ਅਸੀਂ ਇੱਕ ਦੂਜੇ ਨੂੰ ਵੈਸੇ ਕਦੀ ਮਿਲੇ ਹੀ ਨਹੀਂ ਕਦੀ ਗੱਲ ਵੀ ਨਹੀਂ ਇੰਨੀ ਆਪਣੀ ਉੱਥੇ ਸ਼ੂਟ ਤੇ ਵੀ ਨਹੀਂ ਗੱਲ ਹੋਈ ਬਟ ਮੈਨੂੰ ਐ ਲੱਗਦਾ ਨਾ ਕਿ ਸੋਨਮ ਥੋੜਾ ਹੈਗਾ ਫਿਲਟਰ ਅੱਗੇ ਕਿ ਗੱਲ ਕਰਨ ਚ ਵੀ ਇੰਨੇ ਉਹ ਨਹੀਂ ਹੈਗੇ ਹਨਾ ਇੰਟਰੈਕਟ ਨਹੀਂ ਕਰਦੇ ਜ਼ਿਆਦਾ ਇਹ ਵੀ ਥੋੜਾ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ ਰਿਜ਼ਰਵ ਟਾਈਪ ਹਾਂ, ਜਿਹਾ ਹੈ। ਹੈਗਾ ਤੁਹਾਡਾ ਵੀ ਸਿਸਟਮ ਤੇ ਥੋੜਾ ਉਹ ਚੀਜ਼ 'ਚ ਫਿਲਟਰ ਲੱਗਦਾ ਬਾਕੀ ਬਸ ਇਹ set ਹਮ ਆ। ਬਿਗ ਬॉट ਟੈਪ ਫੀਲਿੰਗ ਕਾਤੇ ਆ ਰਹੀ ਹੈ ਇਦਾਂ ਉੱਥੇ ਤਾਂ ਬਹੁਤ ਕਰਦੇ ਆ ਜੀ ਐਡਵਾਂਸ ਨਾ ਅੱਛਾ। ਉਹ ਇਹੀ ਤਾਂ ਟੈਸਟ ਆ ਲਾਈਫ ਦਾ ਟੈਸਟ ਬਟ ਇਹ ਵੀ ਪਤਾ ਇਹ ਕੁਆਲਿਟੀ ਬਹੁਤ ਐਕਚੁਅਲੀ ਬਹੁਤ ਘੱਟ ਲੋਕਾਂ 'ਚ ਹੈ ਆਈ ਐਗਰੀ ਆਈ ਐਮ ਰਿਜ਼ਰਵਡ ਆਈ ਟੇਕ ਟਾਈਮ ਟੂ ਓਪਨ ਅਪ ਵਿਦ ਪੀਪਲ ਤਾਂ ਹੀ ਮੈਂ ਬਿਗ ਬੌਸ ਦੀ ਕੁਈਨ ਆ ਹਾਂ ਠੀਕ ਹੈ ਨਾ ਹੀਰੋਇਨ ਆ ਮੈਂ ਬਿਗ ਬੌਸ 13 ਦੀ ਓਏ ਹੋਏ 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 ਉਹ ਤੇਰਾ ਹੀਰੋਇਨ ਹੀਰੋ ਕੋਈ ਹੋਰ ਸੀ ਆਓ ਤੇ ਹੁਣ ਇਦਾਂ ਹੀ ਤੁਸੀਂ ਦੱਸੋ ਇਹ ਅਸਲ 'ਚ ਨਾ ਲਾਈਫ ਜੇ ਆਪਾਂ ਕਿਸੇ ਨੂੰ ਸੱਚੀ ਟੈਸਟ ਕਰਨਾ ਵਾ ਤੇ ਬਿਗ ਬੌਸ 'ਚ ਜਾਣਾ ਚਾਹੀਦਾ ਕਿਉਂਕਿ ਤੁਸੀਂ ਦਮ ਰੱਖਦੇ ਹੋ ਸਿਰਫ ਪੋਜ਼ਿਟਿਵ ਬੋਲਣ ਦਾ ਤੁਹਾਨੂੰ ਨੈਗੇਟਿਵ ਬੋਲ ਕੇ ਦਿਖਾਓ ਕਿਸੇ ਬਾਰੇ ਉਹ ਜ਼ਿਆਦਾ ਬੈਟਰ ਆ ਉਹ ਬੰਦਾ ਰੀਅਲ ਲੱਗਦਾ ਚਲੋ ਬਹੁਤ ਅੱਛਾ ਬੋਲੋ ਮੇਰੇ ਬਾਰੇ। ਬਹੁਤ ਅੱਛਾ ਮਿਲਿਆ ਜਵਾਬ ਡੀਐਮਸੀ ਨੂੰ ਬੋਲੋ ਆਓ ਜੀ। ਬੋਲੋ ਦਿਲਜੀਤ ਤਾਂ ਅੱਛਾ ਮੈਨੂੰ ਸਾਲਾ ਮੈਨੂੰ ਫੜ ਲੈਂਦੇ ਪਹਿਲਾਂ ਬਿਕਾਜ਼ ਉਹ ਤਾਂ ਕੰਮ ਹਾਂ, ਕੀਤਾ ਆਉਣ ਦੇ, ਆਉਣ ਦੇ, ਹੋਇਆ ਆਉਣ ਦੇ। ਹਾਂ ਕੰਮ ਕੀਤਾ ਹੋਇਆ ਨਾ ਆਈ ਥਿੰਕ ਕਿ ਓਕੇ देयर 2-3 थिंग्स ਓ ਮਾਈ ਗॉड ਦੋ ਤਿੰਨ ਚੀਜ਼ਾਂ ਨੇ which one I ਦੋ ਤਿੰਨ ਨੇ ਕਹਿ ਦੇ ਨਹੀਂ 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 ਕਹਿ ਥੋੜਾ 네ਗੇਟਿਵ ਮੇਰੀਆਂ ਦੋ? ਨਹੀਂ ਚਲੋ ਇੱਕ ਹੀ ਦੱਸਦੀ ਹਾਂ ਪਹਿਲਾਂ ਤਿੰਨ ਸੀ ਦੋ ਤਾਂ ਦੱਸ ਅੱਛਾ ਪਹਿਲਾਂ ਇਹ ਦੱਸਦੀ ਹਾਂ ਕਿ ਜਦੋਂ ਮੈਂ ਦਿਲਜੀਤ ਦੇ ਨਾਲ ਇੰਨਾ ਕੰਮ ਕੀਤਾ ਆ ਇੰਨੀਆਂ ਫਿਲਮਸ ਕੀਤੀਆਂ ਆ ਬਟ ਮੈਨੂੰ ਕਦੇ ਕਦੇ ਇਦਾਂ ਲੱਗਦਾ ਕਿ ਬਿਕਾਜ਼ ਆਫ ਹਿਸ ਨੇਚਰ ਜਿੱਦਾਂ ਦਿਲਜੀਤ ਹੈਗਾ ਆ ਮਤਲਬ ਜੇ ਦਿਲਜੀਤ ਨੂੰ ਮੈਂ ਕਿਸੇ ਕੰਮ ਲਈ ਮੈਸੇਜ ਕਰਨਾ ਹੈ ਜਾਂ ਫਿਰ ਉਹਨਾਂ ਨੂੰ ਯੂ نو ਕਿਸੇ ਚੀਜ਼ ਲਈ ਫੋਨ ਕਰਨਾ ਹੈ ਮੈਸੇਜ ਆਈ ਵਿਲ ਥਿੰਕ 100 times before doing that because ਇਹ ਤਾਂ ਫਿਰ ਤੇਰੀ ਨੈਗੇਟਿਵਿਟੀ ਨਹੀਂ because of ਨਹੀਂ ਇਹ ਹੈਗੀ ਆ ਕਿਉਂ because of ਉਹ ਵਾਰਮਥ ਕਦੇ ਕਦੇ ਮਹਿਸੂਸ ਨਹੀਂ ਹੁੰਦੀ professionalism is at peak ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਆ but sometimes ਉਹ ਵਾਰਮਥ ਜਿਹੜੀ ਆ ਨਾ ਉਹ ਮਿਸਿੰਗ ਲੱਗਦੀ ਆ ਵਾਰਮਥ ਆਈ ਡੋਨਟ ਨੋ ਵਾਰਮਥ ਟੂ ਡੂ ਕਿੱਦਾਂ ਪੰਜਾਬੀ ਚ ਉਹ ਲਫ਼ਜ਼ ਨੂੰ ਕਿੱਦਾਂ ਕਵਾਂ ਤੇ ਉਹ ਜਿਹਦਾ ਪ੍ਰੋਫੈਸ਼ਨਲਿਜ਼ਮ ਦਾ ਤਾਂ ਕੋਈ ਕੰਪੀਟੀਸ਼ਨ ਹੀ ਨਹੀਂ ਆ ਤੁਹਾਡੇ ਨੇੜੇ ਤੇੜੇ ਵੀ ਕਿਸੇ ਦਾ ਪਰ ਜਿੱਦਾਂ ਇੱਕ ਵਾਰਮਥ ਹੁੰਦੀ ਆ ਉਹ ਨਹੀਂ ਕਦੇ ਹਾਂ ਉਹ ਨਹੀਂ ਮੈਨੂੰ ਲੱਗਦਾ ਆ ਬਟ ਜਿਹੜਾ ਕਿ ਸ਼ਾਇਦ ਤੁਹਾਡੇ ਲਈ ਇਟਸ ਲਾਈਕ ਇਟ ਡਸਨਟ ਮੈਟਰ ਫॉर ਯੂ ਬਟ ਐਜ਼ ਅ ਹਿਊਮਨ ਬੀਇੰਗ ਹੈ ਨਾ
ਉਹ ਮੈਨੂੰ ਥੋੜਾ ਜਿਹਾ ਨਹੀਂ, ਹਾਂ, ਤੁਹਾਡੀ ਗੱਲ- ਲਾਈਕ ਵੈਨ ਯੂ ਗੈਟ ਦੈਟ ਵਾਰਮ ਫਰਮ ਸਮਵਨ ਇਟ ਆਲਵੇਜ਼ ਫੀਲਸ ਗੁੱਡ। ਔਰ ਦੂਜੀ ਇੱਕ ਚੀਜ਼ ਮੈਨੂੰ ਐਜ਼ ਐਨ ਆਰਟਿਸਟ ਪਰਸਨਲੀ ਫੀਲ ਹੁੰਦੀ ਆ ਕਿ ਜਿਸ ਤਰ੍ਹਾਂ ਦਾ ਦਿਲਜੀਤ ਦੇ ਵਿੱਚ ਪੋਟੈਂਸ਼ੀਅਲ ਆ, ਵਰਸਟੈਲਿਟੀ ਆ, ਮੈਨੂੰ ਇਹ ਲੱਗਦਾ ਕਿ ਐਜ਼ ਐਨ ਆਡੀਅנס ਮੈਂ ਥੋੜੀ ਜੀ ਇਹ ਆ ਕਿ ਹਾਲੇ ਤੱਕ ਮੈਂ ਤੁਹਾਨੂੰ ਜਿੱਦਾਂ ਰੋਮਾਂਟਿਕ ਫਿਲਮ ਚ ਲਾਈਕ ਹਾਰਡਕੋਰ ਇੰਟੈਂਸ ਰੋਮਾਂਟਿਕ ਫਿਲਮ ਹਾਲੇ ਦੇਖੀ ਤੂੰ ਨਹੀਂ, ਡਾਇਰੈਕਟ ਕਰ, ਪਰ ਮੈਂ ਉਹਦੇ ਚ ਐਕਟ ਕਰਨਾ ਆ। ਫਿਰ ਆਪਾਂ ਚਲੋ ਕਹਿੰਦੇ ਮੈਂ ਡਾਇਰੈਕਟ ਕਰ ਮੈਨੂੰ ਲੱਗਦਾ ਪਰ ਕੋਈ ਕੁੜੀ ਰੋਮਾਂਟਿਕ ਫਿਲਮ ਡਾਇਰੈਕਟ ਕਰੂਗੀ ਨਾ, ਹਾਂ ਉਹ ਬੰਦੇ ਨਾਲੋਂ ਜ਼ਿਆਦਾ ਵਧੀਆ ਡਾਇਰੈਕਟ ਕਰ ਚਲੋ ਮੈਂ ਕਹਾਣੀ ਲੈ ਕੇ ਆਉਂਗੀ। ਡਾਇਰੈਕਟ ਕਰ ਮੈਨੂੰ ਇਦਾਂ ਲੱਗਦਾ ਕਿ ਜੇ ਕੋਈ ਕੁੜੀ ਰੋਮਾਂਟਿਕ ਗਾਣਾ ਸ਼ੂਟ ਕਰੇ ਜਾਂ ਰੋਮਾਂਟਿਕ ਫਿਲਮ ਸ਼ੂਟ ਕਰੇ, ਉਹ ਬੰਦੇ ਨਾਲੋਂ ਜ਼ਿਆਦਾ ਵਧੀਆ ਸ਼ੂਟ ਕਰ ਸਕਦਾ। ਹਾਂ ਮਤਲਬ ਉਹ ਤਾਂ ਕੁੜੀਆਂ ਨੂੰ ਹੈ। ਜ਼ਿਆਦਾ ਪਤਾ ਹੁੰਦਾ। ਨਹੀਂ ਤੁਸੀਂ ਦੋਨੋਂ ਉਹ ਹੋਣਗੇ ਐਕਟਰ ਐਕਟ੍ਰੈਸ, ਹਾਂ। ਮੈਂ ਵਿਲਨ ਨੂੰ ਟਿਪਸ ਦਊਂਗੀ ਟਿਪਸ ਰੋਮਾਂਸ। ਠੀਕ ਹੈ ਓ ਵਾਹ, ਠੀਕ ਹੈ ਡਨ। ਸੋ ਮੈਨੂੰ ਲੱਗਦਾ ਕਿ ਜੋ ਰੇਂਜ ਆ ਬਾਲੀਵੁੱਡ ਚ ਤਾਂ ਅਸੀਂ ਦੇਖੀ ਆ, ਬਟ ਆਪਣੀ ਲੈਂਗੁਏਜ ਚ ਮੈਨੂੰ ਇਦਾਂ ਲੱਗਦਾ ਕਿ ਹੱਲੇ ਵੀ ਬਹੁਤ ਸਾਰੇ ਜਿੰਨਾ ਜਿਸ ਲੈਵਲ ਦਾ ਪੋਟੈਂਸ਼ੀਅਲ ਆ, ਔਰ ਤੁਹਾਡੇ ਲਈ ਤੁਸੀਂ ਆਪ ਵੀ ਪ੍ਰੋਡਿਊਸ ਕਰ ਸਕਦੇ ਹੋ। ਕੋਈ ਵੀ ਆ ਕੇ ਤੁਹਾਨੂੰ ਸਕ੍ਰਿਪਟ ਵੀ ਦੱਸਣ ਦੀ ਲੋੜ ਨਹੀਂ ਹੈਗੀ ਕਿ ਦਿਸ ਇਜ਼ ਵਾਟ ਆਈ ਵਾਂਟ ਟੂ ਡੂ, ਯੂ ਜਸਟ ਸੇ ਆਈ ਵਾਂਟ ਟੂ ਡੂ ਦਿਸ, ਪੀਪਲ ਵਿਲ ਡੂ ਦੈਟ ਫॉर ਯੂ। ਤੇ ਮੈਨੂੰ ਲੱਗਦਾ ਕਿ ਹੱਲੇ ਵੀ ਉਹ ਜੋ ਪੋਟੈਂਸ਼ੀਅਲ ਆ ਨਾ, ਉਹ ਹੱਲੇ ਇਨ ਟਰਮਸ ਆਫ ਟਾਈਪਸ ਆਫ ਜਨਰਸ ਉਹ ਤੁਸੀਂ ਐਕਸਪਲੋਰ ਨਹੀਂ ਕੀਤਾ। ਰੋਮਾਂਟਿਕ ਰੋਮਾਂਟਿਕ ਤਾਂ ਬਿਲਕੁਲ ਵੀ ਨਹੀਂ ਕੀਤਾ। ਲਾਈਕ ਜੋ ਮੈਨੂੰ ਲੱਗਦਾ ਕਿ ਕਿੰਨਾ ਇੱਕ people are deprived of seeing you as a lover boy, you know, और प्यार लोग like ਇੰਨੀ ਤੁਹਾਡੀ massive ਕੁੜੀਆਂ ਚ ਵੀ fan following ਆ my god, ਤੇ like it's sad that we haven't seen you romance ever on screen. oh my goodness, So yeah, I feel like ਆ ਦੋ ਚੀਜ਼ਾਂ ਇਹਨਾਂ ਕਨੈਕਸ਼ਨ ਠੀਕ ਹੈ। ਓਕੇ ਸ਼ਹਿਨਾਜ਼, ਸ਼ਹਿਨਾਜ਼ ਦੀ ਨੰਨੀ ਵੀ ਭਾਰਤੀ ਨਹੀਂ ਸ਼ਹਿਨਾਜ਼ ਦੀ ਨੈਗੇਟਿਵ ਮੈਂ ਜਿਹਨਾਂ ਉਹਨਾਂ ਦੇ ਨਾਲ ਇੰਨਾ ਟਾਈਮ ਸਪੈਂਡ ਨਹੀਂ ਕੀਤਾ, ਬਟ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਇੱਕਾ ਕੁਆਲਿਟੀ ਵੀ ਆ ਕਿ ਕੋਈ ਫਿਲਟਰ ਨਹੀਂ ਆ, ਲੇਕਿਨ ਇਨ ਅ ਵੇ ਇਟਸ ਅ ਡਿਸਐਡਵਾਂਟੇਜ ਆਲਸੋ, ਇੱਕ ਬੈਲੈਂਸ ਹੋਣਾ ਜ਼ਰੂਰੀ ਆ। ਸੋ ਉਹ ਜੇ ਮਾੜੀ ਜੀ ਦੂਰੋਂ ਮੈਂ ਉਹ ਚੀਜ਼ ਆਬਜ਼ਰਵ ਕੀਤੀ ਆ ਤਾਂ ਉਹ ਇਹ ਹੈਗੀ ਆ ਕਿ ਜਿੰਨਾ ਇੱਕ ਬੈਲੈਂਸ ਹੋਣਾ ਬਹੁਤ ਜ਼ਰੂਰੀ। ਬਹੁਤ ਖੂਬਸੂਰਤ ਕੁਆਲਿਟੀ ਵੀ ਆ, ਬਟ ਐਟ ਟਾਈਮਸ ਇੱਕ ਪੁੱਠੀ ਵੀ ਪੈ ਜਾਂਦੀ ਹੈ। ਸੋ ਆਈ ਫੀਲ ਲਾਈਕ ਦੇयर ਹੈਜ਼ ਟੂ ਬੀ ਤੁਸੀਂ ਸਹੀ ਬੋਲ, ਬਟ ਇਹੀ ਨਾ ਉਹ ਵੀ ਪ੍ਰੋਬਲਮ ਆ। ਕੋਈ ਗੱਲ ਨਹੀਂ, ਪੈ ਜਾ ਪਰ ਆਪਾਂ ਗੱਲ ਆਪਾਂ ਇਗਨੋਰ ਨਹੀਂ ਕਰ ਸਕਦੇ। ਮੇਰੀ ਪ੍ਰੋਬਲਮ ਮੈਂ ਕਿਸੇ ਨੂੰ ਇਗਨੋਰ ਕਰ ਹੀ ਨਹੀਂ ਸਕਦੀ। ਵਾਓ, ਮੇਰੀ ਪ੍ਰੋਬਲਮ ਹੈ। ਹਾਂ ਬਟ ਤੁਸੀਂ ਸਹੀ ਕਿਹਾ, ਇਹੀ ਮੇਰੀ ਕੁਆਲਿਟੀ ਆ, ਇਹੀ ਮੇਰੀ ਡਿਸ ਕੁਆਲਿਟੀ। ਹੁਣ ਦੱਸੋ, ਹੁਣ ਇੱਧਰ ਦੱਸੋ ਮੈਂ ਦੱਸ ਨਹੀਂ ਦਿੱਤਾ। ਦੱਸ ਕਿ ਨੈਗੇਟਿਵ ਵੀ ਤੁਸੀਂ ਦੱਸਿਆ, ਇਹਨਾਂ ਦਾ ਨੈਗੇਟਿਵ ਨਹੀਂ ਦੱਸਿਆ। ਤੁਸੀਂ ਦੱਸੋ ਦੋਨਾਂ ਦਾ ਹੀ ਨਹੀਂ ਦੋਨਾਂ ਦਾ ਨਹੀਂ ਦੱਸਿਆ। ਮੇਰਾ ਚੈਨਲ ਹੈ, ਮੈਂ ਦੱਸਾਂ। ਲੈ ਇਹ ਤਾਂ ਕਿੰਨੀ ਅਨਫੇਅਰ ਗੱਲ ਹੋ ਗਈ ਹੈ। ਨਾ ਫਟਾਫਟ ਦੱਸੋ, ਹੁਣ ਇੰਨਾ ਟਾਈਮ ਨਹੀਂ ਲੈਣਾ। ਨੈਗੇਟਿਵ ਮੈਂ ਸੋਚਿਆ ਹੀ ਨਹੀਂ। ਇਹਦੇ ਚ ਨੈਗੇਟਿਵ ਹਾਂ ਬਹੁਤ ਜਿਮਲ ਹੁੰਦੀ ਹੈ, ਨਹੀਂ ਇਹ ਕੋਈ ਸੀ ਨਹੀਂ। ਵਨ ਥਿੰਗ ਵਿਚ ਯੂ ਚਲੋ ਨੈਗੇਟਿਵ ਛੱਡ ਬਹੁਤ ਦੋ, ਜਿਮਲ ਨੇਚਰ और या फिर आप दो वन थिंग आई 200 किलो ਦੇ ਡਬਲ ਚੱਕੀ ਜਾਂਦੀ ये नहीं दिस इज नॉट ਨਾ ਠੀਕ ਜਾਂਦੀ ਹੈ, ਟ੍ਰੈਡਮਿਲ ਤੇ ਨਾ ਠੀਕ ਜਾਂਦੀ ਹੈ। one thing maybe I can improve on chalo aada not negative, one thing I can work on or improve on. ਯਾਰ ਤੂੰ ਦੇਖਦੀ ਵਧੀਆ, ਖਾਂਦੀ ਵਧੀਆ, ਐਕਟਿੰਗ ਵਧੀਆ, ਸੋਚਦੀ ਵਧੀਆ। ਇੰਨੀ ਸੋਹਣੀ ਕੁੜੀ ਦੇ ਵਿੱਚ ਕੋਈ ਬੈਡ ਕੁਆਲਿਟੀ ਹੋ ਸਕਦੀ? ओए ये देख लो कितना डिप्लोमेटिक बट केमिस्ट्री ਕਰ ਰਹੇ ਨਾ बट केमिस्ट्री ਨਹੀਂ ਨਹੀਂ, ਤੂੰ ਸੋਚ ਤੇਰਾ ਬੜਾ सॉरी केमिस्ट्री I have to think ਨਹੀਂ so ਯਾਰ ਆ ਸੱਚੀ ਕੈਮਿਸਟਰੀ ਆ। ਹਾਂ ਇਹ ਕੈਮਿਸਟਰੀ ਕਹਿੰਦੇ ਆ ਇਹਨੂੰ। ਨਹੀਂ, ਪਰ ਮੈਂ ਤਾਂ ਸੋਚ ਰਿਹਾ, ਮੈਂ ਲਿਟਰਲੀ ਸੋਚ ਰਿਹਾ ਇਹਦੇ ਚ ਕੀ ਕਮੀ ਆ। ਜਿਮ ਫੋਲ ਹੁੰਦੀ ਹੈ ਉਹ ਲੱਗਦਾ ਨਹੀਂ ਇਹ ਤਾਂ ਜਿਮ ਲਾਉਣਾ, ਜਿਮ ਵਾਲਿਆਂ ਨੂੰ ਮੈਂ ਬੁਰਾ ਨਹੀਂ ਨਹੀਂ, ਬੁਰਾ ਨਹੀਂ ਕਹਿ ਰਿਹਾ, ਤੂੰ ਹੋਰ ਨਾ ਬਣਾ ਦੇ ਕਹਿੰਦੀ। ਯਾਰ ਐਕਸੈਸਿਵ ਜਿਮ ਉਹ ਕਰਨ ਦੋ ਉਹਨੂੰ, ਉਹਦਾ मैं ਕੰਮ। नहीं कर दी मैं नहीं पता शनाज की impression ਤੁਸੀਂ ਪਲੀਜ਼ ਜੋ ਪੁੱਛਿਆ ਉਹਦਾ ਜਵਾਬ ਦਿਓ। ਤੁਸੀਂ ਦੇਖ ਲਓ ਫਿਲਟਰ ਲਾਈ ਜਾਂਦੇ ਮੂੰਹ ਤੇ। मेरे लिए कितना कह रहे थे है ना जल्दी 10 ਮਾਸੀ ਦਾ ਦੇਖ ਲਓ ਉੱਥੇ ਹੀ ਅਟਕ ਗਿਆ। होना भी नंबर नहीं आना ਉਹਨੇ है ਨਹੀਂ ਕਿਸੇ ਹੋਰ ਨੂੰ ਮੈਂ ਫੁਟੇਜ ਦੇਖ- ਲੈਣ ਦਿੱਤੀ ਮਾਸੀ ਨੇ। ਪਰ ਮੈਂ ਸੱਚੀ ਸੋਚ ਰਿਹਾ ਤੇਰੇ ਚ ਕੀ ਬੈਡ ਕੁਆਲਿਟੀ। ਮੈਨੂੰ ਵੀ ਬਹੁਤ ਟਾਈਮ ਲੱਗਿਆ ਇਧਰ ਸੋਚਣ ਚ ਹੱਥ ਪੈਰ ਵੀ ਠੀਕ ਨੇ ਤੇਰੇ ਸਾਰੇ। ਫਿਰ ਵੀ ਠੀਕ ਹੈ। ਪਰਸਨਲ ਮੈਂ ਇਹਨਾਂ ਕਦੇ ਇਹ ਤਾਂ ਸੋਚਿਆ ਨਹੀਂ।
ਚਲੋ ਛੱਡੋ, ਇੱਧਰ ਆ ਜਾਓ ਮੇਰੇ ਬਾਰੇ ਨਹੀਂ ਦੱਸੋ ਜੀ ਇਹਦੇ ਚ ਬੈਡ ਕੁਆਲਿਟੀ ਸੋ ਸੋਨਮ ਦੇ ਵਿੱਚ ਮੈਨੂੰ ਕੋਈ ਬੈਡ ਕੁਆਲਿਟੀ ਨਹੀਂ ਲੱਭੀ, ਮਾਈ ਬੈਡ। ਸ਼ਨਾਜ਼ ਵਿੱਚ ਬੈਡ ਕੁਆਲਿਟੀ ਹੈ, ਖਾਂਦੀ ਨਹੀਂ ਹੈਗੀ, ਇਹਨੂੰ ਖਾਣਾ ਚਾਹੀਦਾ। ਸੋ ਇਹ ਬੈਡ ਕੁਆਲਿਟੀ ਨਹੀਂ ਆ, ਇਹ ਤੁਸੀਂ ਹੈਲਥ ਦੀ ਗੱਲ ਕਰ ਰਹੇ ਹੋ, ਤੁਸੀਂ ਡਾਕਟਰ ਨਹੀਂ ਆ। ਡਾਕਟਰ ਦੀ ਗੱਲ ਨਹੀਂ ਹੈ, ਜਿਹੜੀ ਡਾਕਟਰ ਚੀਜ਼ ਦਾ ਬੋਲੋਗੇ ਤੁਹਾਡਾ profession ਹੈ। ਅੱਜ ਤੁਹਾਨੂੰ ਮੈਂ ਕਿੰਨਾ ਕਿ ਆ ਜਾਓ ਖਾ ਲਓ ਨੋ ਪਰ ਅੱਗੇ ਵੀ ਨੋ ਖਾਂਦੀ ਹੀ ਨਹੀਂ ਹੈ। ਇਸ ਬੈਡ ਕੁਆਲਿਟੀ ਆਬਵੀਅਸਲੀ ਬੈਡ ਕੁਆਲਿਟੀ ਤੋਂ ਖਾਂਦੀ ਨਹੀਂ। ਪਰ ਇਹ ਤਾਂ ਤੁਹਾਡੇ ਚ ਵੀ ਬਹੁਤ ਬੈਡ ਕੁਆਲਿਟੀ, ਤੁਹਾਨੂੰ ਜਦੋਂ ਕੋਈ ਚੀਜ਼ ਕਹਿੰਦਾ ਆਫਰ ਕਰਦਾ ਇਹ ਤਾਂ ਕਹਿ ਦੇ ਫਿਰ। ਅੱਗੇ ਤੂੰ ਮੇਰੇ ਬਾਰੇ 2 ਦੱਸ ਚੁੱਕੀ ਆ, ਬਸ ਕਰ ਇੰਨਾ ਵੀ ਬੈਡ ਮੈਂ। ਠੀਕ ਹੈ ਓਕੇ ਥੈਂਕ ਯੂ। ਕਿ ਜਿਸ ਤਰ੍ਹਾਂ ਅਸੀਂ ਇੰਡੀਆ ਜਾਂਦੇ ਹਾਂ, ਨਾ ਕਿ UK ਯੂਰਪ ਕਿਤੇ ਵੀ ਬਾਹਰ ਫੋਰਨ ਕੰਟਰੀ, ਜਿੱਦਾਂ ਅਸੀਂ ਇੰਡੀਆ ਜਾਂਦੇ ਹਾਂ, ਅਸੀਂ ਆਮ ਲਾਈਫ ਜੀਂਦੇ ਹਾਂ, ਜਿੱਦਾਂ ਜਾ ਕੇ ਰੇੜੀਆਂ ਤੇ ਖਾ ਲਿਆ, ਜਿੱਦਾਂ ਬਾਜ਼ਾਰਾਂ 'ਚ ਘੁੰਮ ਲਿਆ। ਤੁਸੀਂ ਤਾਂ ਨਹੀਂ ਇੱਦਾਂ ਕਰ ਸਕਦੇ ਕਿ ਦੁਨੀਆ ਪਾਗਲ ਹੈ, ਤੁਹਾਡੇ ਇੱਕ ਫੋਟੋ ਖਿਚਾਉਣ ਨੂੰ। ਪਰ ਜੇ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਕੀ ਕਰੋਗੇ? ਮੈਂ ਤਾਂ ਸਾਰਾ ਕੁਝ ਕਰਦਾ ਜੀ, ਮੇਰਾ ਜੀ ਕਰਦਾ। ਨਹੀਂ, ਕੀ ਕਰਨਾ ਚਾਹੋਗੇ ਜੇ ਤੁਸੀਂ ਜਾਓ, ਜੇ ਤੁਹਾਨੂੰ ਮੌਕਾ ਮਿਲੇ ਕਿ ਹਾਂ ਵੀ ਇੱਕ ਇਦਾਂ ਕਾਤੇ ਲੱਗਦਾ ਸਾਰਾ ਨੂੰ ਕਿ ਰੇੜੀ ਤੇ ਖਾ ਲਿਆ ਮੈਂ ਲਗਜ਼ਰੀ, ਇਦਾਂ ਕਾਤੇ ਸਾਰੇ ਫੀਲ ਕਰਦੇ। ਮੇਰਾ ਵੀ ਜਿੱਤੇ ਜੀ ਕਰਦਾ ਖਾ ਪੀ ਦਾ, ਕੋਈ ਜੋ ਦਿਮਾਗ 'ਚ ਜੋ ਕਰਨਾ ਨਾ ਉਹਦੇ ਲਈ ਮੈਂ ਤਾਂ ਕਦੇ ਨਹੀਂ ਸੋਚਿਆ ਵੀ ਯਾਰ ਇਹਦੇ ਬਾਰੇ ਇਮੇਜ ਕੀ ਕਹੂਗੀ ਜਾਂ ਕੀ ਹੋਊਗਾ ਜਾਂ ਕਿੱਦਾਂ। ਮੈਂ ਕਦੇ ਨਹੀਂ ਸੋਚਿਆ, ਜੋ ਕਰਨਾ ਜਦੋਂ ਮਨ ਕੀਤਾ ਉਹ ਕਰੇ। ਕੋਈ ਜਿਹੜਾ ਮਰਜ਼ੀ ਉੱਚੀ ਚੱਲੇ, ਜੋ ਮਰਜ਼ੀ ਕੋਈ ਕਹੀ ਜਾਵੇ, ਕਿਸੇ ਦੀ ਪਰਵਾਹ। ਮੈਂ ਤੇ ਹਲੇ ਵੀ ਖਾ ਲੈਂਦੀ ਹਾਂ ਰੇੜੀਆਂ ਤੇ, ਖਾ ਲੈਂਦੀ ਹਾਂ, ਜਿੱਦ ਮਾਲ ਵੀ ਚਲ ਜਾਂਦੀ ਹਾਂ, ਰਿਕਸ਼ਾ ਤੇ ਵੀ ਜਾਂਦੀ ਹਾਂ, ਬੰਬੇ ਮੈਂ ਰਿਕਸ਼ਾ ਤੇ ਵੀ ਚਲ ਜਾਂਦੀ ਹਾਂ। ਹਾਂ, ਇੱਕ ਦਿਨ ਬਾਲ ਉੜਦੇ ਦੇਖੀ ਮੈਂ। ਮੇਰੇ ਸਿੰਬਾ ਨੂੰ ਰਿਕਸ਼ਾ ਰਾਈਡ ਬਹੁਤ ਪਸੰਦ ਆ, I know. ਉਹਨੂੰ ਗੱਡੀ 'ਚ ਜਾਣਾ ਪਸੰਦ ਨਹੀਂ ਆ, ਸੋ ਮੈਂ ਉਹਨੂੰ ਲੈ ਕੇ ਜਾਂਦੀ ਹਾਂ, ਕੋਈ ਪ੍ਰੋਬਲਮ ਨਹੀਂ। ਸੋ ਐਜ਼ ਆਫ ਨਾਓ ਹਲੇ ਤੱਕ ਮੈਂ ਉਹ ਸਭ ਕੁਝ ਕਰਦੀ ਹਾਂ ਜੋ ਬਾਕੀ ਸਾਰੇ ਜਾਣੇ ਕਰਦੇ ਆ। ਕਦੇ ਕਦੇ ਉਹ ਕਰਨਾ ਮੁਸ਼ਕਿਲ ਹੁੰਦਾ ਆ, ਲੇਕਿਨ ਮੋਸਟਲੀ ਮੋਰ ਔਰ ਲੈਸ ਮੈਂ ਉਹ ਕਰ ਪਾਉਂਦੀ ਹਾਂ ਔਰ ਇੰਜੋਏ ਕਰਦੀ ਹਾਂ ਕਰਨਾ। ਮੈਂ ਲੱਕੀ ਆ ਕਿ ਜਿਹੜੀ ਮੀਡੀਆ ਵਾ ਕਿ ਅੱਗੇ ਪਿੱਛੇ ਘੁੰਮਦੀ ਆ ਮੁੰਬਈ 'ਚ, ਤੁਹਾਨੂੰ ਪਤਾ ਉਹ ਮਤਲਬ ਲੱਭਦੇ ਆ ਤੁਹਾਨੂੰ। ਮੈਂ ਲੱਕੀ ਆ ਬਟ ਮੈਂ ਅਨਲੱਕੀ ਵੀ ਆ, ਕਿਉਂਕਿ ਉਹ ਇੱਕ ਉਹ ਵੀ ਹੁੰਦਾ। ਠੀਕ ਆ, ਹਾਂ, ਕਿਉਂਕਿ ਮੈਂ ਜਾ ਨਹੀਂ ਸਕਦੀ ਬਾਹਰ, ਮੈਨੂੰ ਇੰਝ ਲੱਗਦਾ। ਕਿਉਂਕਿ ਮੈਂ ਜਦੋਂ ਜਾਂਦੀ ਆ, ਕਿਉਂਕਿ ਫਿਰ ਨਾ ਲਾਈਕ ਹਰ ਵਾਰ ਮੀਡੀਆ ਸੈਸ਼ਨ ਵੀ ਮੈਨੂੰ ਲੱਗਦਾ ਚੰਗਾ ਨਹੀਂ ਹੁੰਦਾ। ਤੇ ਆਪਾਂ ਨੂੰ ਕਈ ਲੋਕ ਸੋਚਦੇ ਨਹੀਂ ਇਹ ਜਾਣਬੁੱਝ ਕੇ ਮੀਡੀਆ ਸੈਸ਼ਨ ਕਰਦੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਸੱਚੀ ਆ ਜਾਂਦੇ ਆ ਸਾਡੇ ਪਿੱਛੇ, ਕਿ ਲਾਈਕ ਆਪਾਂ ਕੋਈ ਪਰਸਨਲ ਲਾਈਫ ਨਹੀਂ ਰਹਿ ਗਈ, ਥੋੜੀ ਜਿਹੀ ਹੁਣ ਉਹ ਹੋ ਗਈ। ਤੇ ਮਤਲਬ ਲੋਕ ਕੇ ਰਹਿਣਾ ਪੈ ਰਿਹਾ, ਥੋੜਾ ਈਜ਼ੀਲੀ ਅਵੇਲੇਬਲ ਨਹੀਂ ਹੁੰਦਾ ਜਾਂਦਾ, ਹੋਇਆ ਹੀ ਨਹੀਂ ਜਾਂਦਾ, ਥੋੜਾ ਟਫ ਹੋ ਗਿਆ। ਬਟ ਯੈਸ, ਇਹ ਚੀਜ਼ ਵਧੀਆ ਵੀ ਆ, ਇਹ ਚੀਜ਼ ਨੈਗੇਟਿਵ। ਬਟ ਮੈਨੂੰ ਰੇੜੀਆਂ ਤੇ ਜਾਂ ਕਿੱਦਾਂ ਇਹ ਮੈਂ ਮੰਗਾ ਲੈਂਦੀ ਆ, ਘਰੇ ਮੰਗਾ ਲੈਂਦੀ, ਘਰੇ ਰੇੜੀ ਮੰਗਾ ਲੈ। ਹਾਂ, ਘਰੇ ਰੇੜੀ ਮੰਗਾ ਲੈਂਦੀ ਆ ਮੈਂ, ਬਟ ਮੈਂ ਬਾਹਰ ਘੱਟ ਨਿਕਲਣਾ ਪਸੰਦ ਕਰਦੀ ਹਾਂ। ਵੈਸੇ ਵੀ ਪਰਸਨਲ ਲਾਈਫ 'ਚ ਵੀ ਮੈਂ ਘਰੇ ਰਹਿਣਾ ਜ਼ਿਆਦਾ ਬਹੁਤ ਅੱਛਾ ਕੁਐਸਚਨ। ਜਿਸ ਤਰ੍ਹਾਂ ਸਾਡੀ ਡਿਕਸ਼ਨਰੀ ਦਾ ਕਾਮਨ ਵਰਡ ਆ ਪੇਸ਼ੈਂਸ ਰੱਖੋ, ਜਸਟ ਕੋਈ ਗੁੱਸਾ ਆਵੇ ਤੇ ਕਿਆ ਚੱਲਦਾ ਵਾ, ਜਸਟ ਕਲੋਜ਼ ਯੂਰ ਕੇਸ। ਬਟ ਤੁਹਾਡੀ ਮੂਵੀ ਦਾ ਟਾਈਟਲ ਵੀ ਆ ਹੌਸਲਾ ਰੱਖ, ਬਟ ਇਨ ਰੀਅਲ ਲਾਈਫ ਦੇ ਵਿੱਚ ਵਰਸਟ ਟੂ ਵਰਸਟ ਕੋਈ ਸਿਚੁਏਸ਼ਨ ਆ ਜਾਂਦੀ ਆ, ਕੋਈ ਅਨਐਕਸਪੈਕਟਡ ਮੂਮੈਂਟ ਆ ਜਾਂਦੀ ਆ, ਉਹਦੇ ਵਿੱਚ ਤੁਸੀਂ ਸਾਰੇ ਐਟਲੀਸਟ ਟੂ ਜਿਹੜੀਆਂ ਦੱਸੋ ਆਪਣੀਆਂ ਟੈਕਨੀਕ, ਅਸੀਂ ਕਿੱਦਾਂ ਹੌਸਲਾ ਰੱਖ ਸਕਦੇ ਹਾਂ ਵਰਸਟ ਟੂ ਵਰਸਟ ਕੰਡੀਸ਼ਨਸ ਦੇ ਵਿੱਚ। ਓਕੇ, ਮੈਂ ਸਟਾਰਟ ਕਰਾਂ। ਮੈਨੂੰ ਲੱਗਦਾ ਕਿ ਆਪਾਂ ਜਿੱਦਾਂ ਆਪਣਾ ਜਿਹੜਾ ਪ੍ਰੋਫੈਸ਼ਨ ਆ ਨਾ, ਉਹਨੂੰ ਪ੍ਰਾਇੋਰਿਟੀ ਦੇਣੀ ਚਾਹੀਦੀ ਹੈ, ਟੌਪ ਪ੍ਰਾਇੋਰਿਟੀ, ਕਿਉਂਕਿ ਇਹੀ ਚੀਜ਼ ਆ ਜਿਹੜੀ ਆਪਾਂ ਨਾਲ ਲੈ ਕੇ ਤੁਰ ਸਕਦੇ ਹਾਂ, ਬਾਕੀ ਚੀਜ਼ਾਂ ਆਪਣੇ ਹੱਥ 'ਚ ਨਹੀਂ ਹੈਗੀਆਂ। ਤੇ ਇੱਕ ਕੰਮ ਆ ਆਪਣਾ ਜਿਹੜਾ ਹਮੇਸ਼ਾ ਆਪਣੇ ਨਾਲ ਤੁਰੂਗਾ ਜੇ ਆਪਾਂ ਇਹਦੀ ਰਿਸਪੈਕਟ ਕਰਾਂਗੇ। ਆਪਾਂ ਹਰ ਇੱਕ ਦੀ ਰਿਸਪੈਕਟ, ਬਟ ਉਹ ਚੀਜ਼ਾਂ ਟੈਂਪਰਰੀ ਰਹਿ ਜਾਂਦੀਆਂ, ਪਰਮਾਨੈਂਟ ਨਹੀਂ ਹੁੰਦੀਆਂ। ਸੋ ਮੈਨੂੰ ਲੱਗਦਾ ਆਪਣੀ ਜੌਬ ਆ ਨਾ ਜਿਹੜੀ, ਉਹਦੇ 'ਚ ਤੁਹਾਨੂੰ ਇਮੋਸ਼ਨਸ ਨੂੰ ਪਿੱਛੇ ਰੱਖਣਾ ਪੈਂਦਾ ਬੈਕ ਸਟੇਜ, ਬਟ ਇਨ ਫਰੰਟ ਆਫ ਕੈਮਰਾ ਤੁਹਾਨੂੰ ਉੱਦਾਂ ਹੀ ਐਕਟ ਕਰਨਾ ਪੈਣਾ ਜਿੱਦਾਂ ਕੈਮਰਾ ਤੁਹਾਨੂੰ ਐਕਸ਼ਨ ਬੋਲਦਾ। ਜੋ ਉਹ ਚਾਹੁੰਦਾ ਉਹੀ ਦਊਂਗੇ ਤੇ ਉਹ ਤੁਹਾਡੀ ਰਿਸਪੈਕਟ ਕਰੂਗਾ। ਮਤਲਬ ਤੁਹਾਡਾ ਕੈਮਰਾ ਤੇ ਪਹਿਲਾ ਕ੍ਰਸ਼ ਹੋਣਾ ਚਾਹੀਦਾ ਵਾ ਮੇਰੇ ਪੁਆਇੰਟ ਆਫ ਵਿਊ ਨਾਲ, ਕਿਉਂਕਿ ਇਹ ਸਾਡੀ ਜੌਬ ਆ, ਇਹਨੇ ਸਾਨੂੰ ਰੋਟੀ ਦੇਣੀ ਆ, ਇਹਨੇ ਸਾਡਾ ਇੱਕ ਸਟੈਂਡਰਡ ਵਧਾਉਣਾ ਵਾ ਤੇ ਮਤਲਬ ਲੋਕਾਂ ਦੇ ਅੱਗੇ ਇੱਜ਼ਤ ਵੀ ਬਣਾਉਣੀ ਆ ਆਪਣੀ, ਜੋ ਕਿ ਬਣ ਵੀ ਰਹੀ ਆ ਇਹਦੇ ਕਰਕੇ। ਬਹੁਤ ਮੇਰਾ ਵੀ
ਓਕੇ, ਇਸ ਚੀਜ਼ ਦੇ ਵੈਸੇ ਦੋ ਜਵਾਬ ਹੈ। ਜਦੋਂ ਕੋਈ ਮੁਸ਼ਕਿਲ ਆਉਂਦੀ ਹੈ, ਇੱਕ ਬਹੁਤ ਸੁਪਰਫਿਸ਼ੀਅਲ ਲੈਵਲ ਤੇ ਕਿਹਾ ਜਾਏ, ਸਾਰੇ ਕਹਿੰਦੇ ਬਰੀਥ ਐਂਡ ਇਟ ਐਕਚੁਅਲੀ ਹੈਲਪਸ। ਜੇ ਤੁਹਾਨੂੰ ਗੁੱਸਾ ਆ ਰਿਹਾ ਹੈ ਔਰ ਕੋਈ ਅਨਪਲੇਜ਼ੈਂਟ ਸਿਚੁਏਸ਼ਨ ਹੋ ਗਿਆ, ਡੂ ਡੀਪ ਬਰੀਥਿੰਗ, ਆਈ ਡੂ ਦੈਟ, ਇਟ ਹੈਲਪਸ। ਬਟ ਜੇ ਉਸ ਤੋਂ ਸੋਲਵ ਨਹੀਂ ਹੁੰਦੀ, ਦੈਨ ਹੌਸਲਾ ਰੱਖੋ ਐਂਡ ਟਰਸਟ ਗॉड ਐਂਡ ਦੈਟਸ ਇਟ। ਸਿੰਪਲ, ਇਟਸ ਸਿੰਪਲ, ਵੈਰੀ ਡਿਫਿਕਲਟ ਟੂ ਡੂ, ਬਟ इफ यू डू इट, इट्स द सिंपलेस्ट थिंग टू डू। नेक्स्ट, अगर आप छोटे से बच्चे होते और तो आप रोने लग जाते, तो शहनाज और सोनम आपको कैसे चुप कराते? अगर मैं क्या करके? ये क्या पसंद हमसे होता? सवाल है। नहीं, हाँ, आप लोग दोनों से सवाल कि अगर ये बच्चे होते और ये रोने लग जाते, तो आप क्या करते इन दोनों मैं इनको बोलती को प्लीज कराने? चुप हो जाओ, मैं आपको बैलेंसियागा और बोटेगा वेनेटा, हाँ, एंड ऑफ वाइट, और मैं इन सब की आपको शॉपिंग कराऊंगी। जो मेरे लिए कोई मायने नहीं आपको तो शॉपिंग बड़ी पसंद थी, आप किसी और से लगा सा, और मुझे तो यही पता था। तो अब ये मुझे लगता है अगर छोटे भी होते तो इनको बट शॉपिंग तो अभी भी पसंद है, तो मैं मनाने के लिए शॉपिंग पे इनको ले जाऊँ। मैं सोचती कि इनकी माँ क्या करती इनको मनाने के लिए, वो सेम मैं करती और वही चीज फील कराती, अपनी अच्छी पॉजिटिव वाइब्स देती और ये सच्ची चुप कर जाती। ਤੁਸੀਂ ਬੜੇ ਅੱਛੇ ਐਕਟਰ ਹੋ, ਹੌਸਲਾ ਰੱਖ ਫਿਲਮ ਵੀ ਕੀਤੀ ਤੁਸੀਂ, ਹੌਸਲਾ ਵੀ ਬਹੁਤ ਤੁਹਾਡੇ ਸਾਰਿਆਂ 'ਚ। ਤੁਸੀਂ ਇਕੱਠੇ ਫਿਲਮ ਕੀਤੀ ਤੇ ਇੱਕ ਨਕਲ ਲਾਣੀ ਇੱਕ ਦੂਜੇ ਦੀ, ਚਾਹੇ ਬੋਡੀ ਲੈਂਗੁਏਜ ਨਾਲ ਤੇ ਚਾਹੇ ਉਹ ਡਾਇਲੋਗ ਨਾਲ। ਪਹਿਲੀ ਗੱਲ ਮੈਂ ਇਹ ਕਰਦਿਆਂ ਅਧਿਆਤਮਕ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ। यही आ ਨਹੀਂ ਦਿਲਜੀਤ ਦੀ ਇਹ ਚੀਜ਼ ਮਾੜੀ ਕਿਉਂ ਮੈਂ ਛੱਡਾਂ, ਜਿਹੜੀ ਚ ਇਹ ਕੁਆਲਿਟੀ ਆ ਉਹਨਾਂ ਚ, ਕੁਆਲਿਟੀ ਮੈਂ ਪੁੱਛੀ ਨਹੀਂ। ਉਹ ਬੋਲਦੇ ਨੇ ਨਹੀਂ, ਚਲੋ ਠੀਕ ਹੈ। ਕਿਉਂ ਨਹੀਂ ਆਪਾਂ ਕਰ ਸਕਦੇ ਇਹ ਚੀਜ਼, ਇਹ 네ਗੇਟਿਵ ਨਹੀਂ ਆ, ਇਹ ਪੋਜ਼ਿਟਿਵ ਆ, ਮੈਂ ਬੋਲੂੰਗੀ ਇਹ ਠੀਕ ਹੈ ਜੀ, ਚਲੋ ਤੁਹਾਡਾ ਹਾਂ, ਤੁਸੀਂ ਹੁਣ ਇਹਨਾਂ ਦੀ ਕਰੋ ਨਾ। ਇਹਨਾਂ ਦੀ। ਹਾਂ कर ਇੱਕ ਮਿੰਟ, ਓਕੇ अच्छा चीज चाहो मेरी बिक्री कर रहे हैं। ਏਦਾਂ ਹੀ ਕਰਦੇ ਨਾ, ਹੱਸ ਕੇ ਬਾਅਦ ਚੋਂ ਕਹਿੰਦੇ ਆ ਓਕੇ ਠੀਕ ਹੈ। हाँ हाँ ये कर देंगे। अच्छा होगी, Oh. चल यार इट्स वेरी हार्ड टू बंदे बड़े तगड़े सवाल लेके यदि मैं कर दूंगा। एक मैं गल करना चाहनी है, जो छड्डो यदि तो होगी ਇਹਨਾਂ ਦੀ ਵੀ ਕਰੋ। यदि ना मैं तो बड़ा औखा कोर्स होगी। चल ओके बस मैं आई कांट मिमिक। ਤੁਸੀਂ ਅੱਛੇ ਐਕਟਰ ਹੋ। हाँ बट मिमिक्री नहीं ना कर सकती, बट ओदा ऑब्जर्व करके जो देखा दिलजीत सारा दिन फोन ते टिंग 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 ਉਹਨਾਂ ਦਾ ਮੈਨੂੰ ਲੱਗਦਾ ਪਹਿਲਾ ਪਿਆਰ ਇਹਨੂੰ ਹੋਵੇ, ਸੈਕੰਡ ਲਵ ਇਜ਼ ਹਿਸ ਫੋਨ। तो ਉੱਥੇ ਕੰਮ ਟਿਕਾ ਆਹੋ ਵਰਕ ਆ ਨਾ ਤੇ ਹਾਂ ਸਾਰਾ अदरवाइज तो टाइम मैं फोन ਨੂੰ ਦੇਖਾਂ ਬਿਨਾ ਹਾਂ मतलब वो फोन इस करके बिकॉज ऑल द टाइम ही इज working on it ਯਾ ਜਦੋਂ ਐਲਬਮ ਆਈ, ਜਦੋਂ ਗਾਣੇ ਆਏ, Yeah. ਫਿਲਮ ਆਈ ਆ, ਯੂ ਹੈਵ ਟੂ, ਕਿਉਂਕਿ ਤੁਸੀਂ ਹੁਣ ਕੋਈ ਚੈਨਲ ਤੁਹਾਨੂੰ ਪ੍ਰਮੋਟ ਨਹੀਂ ਕਰੂਗਾ, ਤੁਹਾਨੂੰ ਆਪਣਾ ਆਪ ਇਹ ਚੀਜ਼ ਮੈਂ ਸਿੱਖੀ, ਮੈਨੂੰ ਸਭ ਤੋਂ ਪਹਿਲਾਂ ਸਿਖਾਉਣ ਵਾਲੇ ਕਿ ਸਭ ਤੋਂ ਵੱਡੇ ਆਪਣੀ ਪੀਆਰ ਏਜੰਟ ਤੁਸੀਂ ਆਪ ਹੋ। ਇਹ ਮੈਨੂੰ ਇਹਨਾਂ ਨੇ ਸਿਖਾਈ। ਸੋ ਮੇਰਾ ਸੋਸ਼ਲ ਮੀਡੀਆ ਦੀ ਜਿਹੜੀ ਸਭ ਤੋਂ ਪਹਿਲਾਂ ਇਨਸਪੀਰੇਸ਼ਨ ਆਈ ਸੀ ਪਰ ਭਾਈ ਜਦੋਂ ਦਾ ਮੈਂ ਇੱਥੇ ਆਇਆ ਤਾਂ ਮੈਨੂੰ ਇੰਗਲਿਸ਼ ਕਰਕੇ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਤੁਹਾਡੀ ਲਾਈਫ ਦੀ ਕੋਈ ਇਦਾਂ ਦਾ ਇਨਸੀਡੈਂਟ ਜਿਹੜੀ ਇੰਗਲਿਸ਼ ਪਹਿਲੀ ਵਾਰੀ ਕੋਈ ਹੋਇਆ ਸੀ ਔਰ ਬਹੁਤ ਫਨੀ ਸੀਗਾ, ਮਤਲਬ ਇੰਗਲਿਸ਼ ਦੀ ਪ੍ਰੋਬਲਮ ਕਰਕੇ ਕੋਈ ਇਨਸੀਡੈਂਟ ਫਨੀ ਹੋਇਆ ਹੋਵੇ ਤੁਹਾਡੇ ਨਾਲ? ਦੋ ਐਗਜ਼ਾਮਪਲਾਂ ਤੁਹਾਡੇ ਹਾਂ, ਕੋਲ ਮੈਂ ਇੰਗਲਿਸ਼ ਤੁਹਾਨੂੰ ਵੀ ਸੇਮ ਹੀ ਪੁੱਛ ਰਿਹਾ। ਇੰਸੀਡੈਂਟ ਸੇ ਹੀ ਯਾਰ ਚੁੱਪ ਮੂੰਹ ਹਿਲਾ ਦੋ ਜਾਂ ਇਦਾਂ। ਇਹ ਆ ਕਿ ਆਪਾਂ ਦਾ ਮਜ਼ਾਕ ਬਣ ਜਾਂਦਾ, ਆਪਾਂ ਜਿਹੜੇ ਵਰਡਸ ਜਿਹੜੇ ਪ੍ਰੋਨਾਂਸ ਨਹੀਂ ਕਰ ਸਕਦੇ ਨਾ, ਤੇ ਉਹ ਲੋਕੀ ਸਮਝਦੇ ਆ ਲੈ ਜਾਣ ਕੇ ਕਰਦਾ। ਪਰ ਪਹਿਲੀ ਵਾਰੀ ਕਦੋਂ ਹੋਇਆ ਸੀ? ਪਹਿਲੀ ਵਾਰੀ ਯਾਦ ਹੈਗਾ ਕੁਛ? ਪਹਿਲੀ ਹਾਂ, ਮੈਂ ਟਿਊਸ਼ਨ ਪੜ੍ਹਦੀ ਹੁੰਦੀ ਸੀ ਐਂਡ ਟਿਊਸ਼ਨ ਤੇ ਮੈਂ ਪਰਫਿਊਮ ਨੂੰ ਫਰਗਿਊਮ ਕਹਿੰਦਾ ਤੇ ਮੇਰੇ ਤੇ ਬਹੁਤ ਹਾਸੇ। ਹੁਣ ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਦੀ ਸਿੱਖ ਹੀ ਨਹੀਂ ਪਾਈ ਇੰਗਲਿਸ਼। ਮੈਂ ਉਦਣ ਵੀ ਅਕਲ ਨਹੀਂ ਸਿੱਖੀ ਕਿ ਮੈਨੂੰ ਇੰਗਲਿਸ਼ 'ਚ ਯਾਰ ਮਜ਼ਾਕ ਹੋ ਦਿੱਤਾ, ਮੈਂ ਸਿੱਖ ਹੀ ਨਹੀਂ ਪਾਈ ਲਾਈਫ 'ਚ। ਤੇ ਉਹੀ ਮੈਨੂੰ ਮੇਰੀ ਇੰਗਲਿਸ਼ ਨਾ ਆਉਣ ਤੇ ਮੈਨੂੰ ਲੋਕ ਪਸੰਦ ਕਰਦੇ ਨੇ। ਮੈਨੂੰ ਲੱਗਦਾ ਕੋਈ ਲਿਫਟ ਸੀਗਾ ਸ਼ਾਇਦ, ਮੈਨੂੰ ਨਹੀਂ ਸੀ ਪਤਾ ਕਿ ਜਦੋਂ ਲਿਫਟ ਖੁੱਲਦੀ ਹੈ ਤਾਂ ਜਿਹੜਾ ਬੰਦਾ ਅੰਦਰ ਆ ਉਹ ਪਹਿਲਾਂ ਬਾਹਰ ਆਊਗਾ, ਫਿਰ ਤੁਸੀਂ ਅੰਦਰ ਜਾਣਾ। ਸਾਡਾ ਬਸ ਇਹੀ ਆ ਵੀ ਲਿਫਟ ਖੁੱਲੀ ਤੇ ਵੜ ਜਾਓ। ਤੇ ਮੈਂ ਇਦਾਂ ਵੜ ਗਿਆ ਤੇ ਗੋਰੇ ਨੇ ਪਤਾ ਨਹੀਂ ਕੀ ਕਿਹਾ, ਮੈਂ ਕਿਹਾ ਨੋ ਪ੍ਰੋਬਲਮ ਸੇਮ ਟੂ ਯੂ। ਉਹ ਕਿਤੇ ਗਾਲ ਗੁਲ ਕੱਢੀ ਹੋਣੀ ਉਹਦੇ ਵਿਚਾਰੇ ਨੇ ਆਪਣੇ ਜਿੱਤੋਂ। ਸੋ ਦੈਨ ਮੈਨੂੰ ਇੱਕ ਯਾਦ ਆ, ਮੈਂ ਤੇ ਨੀਰੂ ਜੀ ਸ਼ੂਟ ਕਰਦੇ ਪਏ ਸੀ ਜੱਟ ਐਂਡ ਜੂਲੀਅਟ ਦਾ, ਤੇ ਠੰਡ ਬਹੁਤ ਸੀ ਤੇ ਅਸੀਂ ਇੱਕ ਦੁਕਾਨ 'ਚ ਵੜ ਜਾਂਦੇ ਸੀ ਸ਼ੂਟਿੰਗ ਕਰਕੇ। ਤੇ ਇੱਕ ਸ਼ਾਟ ਦਿੱਤਾ, ਦੁਕਾਨ 'ਚ ਵੜ ਗਏ। ਸ਼ਾਟ
ਉਹ ਲੇਡੀ ਨੇ ਤਿੰਨ ਚਾਰ ਵਾਰੀ ਆਬਜ਼ਰਵ ਕੀਤਾ ਕਿ ਇਹਨਾਂ ਨੇ ਲੈਣਾ ਕੁਛ ਹੈ ਨਹੀਂ, ਐਵੇਂ ਘੁੰਮੀ ਜਾਂਦੇ ਦੇਖੀ ਜਾਂਦੇ, ਕਿਉਂਕਿ ਹੀਟਰ ਲੱਗਾ ਸੀ ਤੇ ਬਾਹਰ ਬਹੁਤ ਠੰਡ ਸੀ। ਤੇ ਉਹ ਚੌਥੀ ਕੁ ਵਾਰ ਸਾਨੂੰ ਪੈ ਗਈ, ਉਹਨੇ ਗਾਲਾਂ ਗੂਲਾਂ ਕੱਢੀਆਂ ਚੰਗੀਆਂ। ਤੇ ਹੁਣ ਨੀਰੂ ਜੀ ਨੂੰ ਗੁੱਸਾ ਆ ਗਿਆ, ਉਹਨਾਂ ਨੇ ਵੀ ਬੋਲਿਆ ਉਹਨੂੰ। ਹੁਣ ਨੀਰੂ ਜੀ ਮੇਰੇ ਨਾਲ ਵੀ ਦੇਖ ਰਿਹਾ ਵੀ ਤੂੰ ਵੀ ਬੋਲ, ਵੀ ਉਹਨੇ ਆਪਾਂ ਨੂੰ ਗਾਲਾਂ ਕੱਢੀਆਂ। ਹੁਣ ਮੈਂ ਤਾਂ ਬੋਲਾਂ ਜੇ ਮੈਨੂੰ ਕੋਈ ਗਾਲ ਦਾ ਪਤਾ ਲੱਗਾ ਹੋਵੇ ਤਾਂ ਮੈਨੂੰ ਤਾਂ ਲੱਗਾ ਬੋਲੀ ਬੋਲੀ ਜਾਂਦੀ ਹੈ, ਤਾਂ ਉਹ ਕੱਢਦੀ ਸਾਨੂੰ ਗਾਲਾਂ। ਸੋ ਮੈਂ ਫਿਰ ਉਹਨਾਂ ਦਾ ਸਾਥੀ ਨਹੀਂ ਬਣ ਸਕਿਆ ਨੀਰੂ ਜੀ ਦਾ ਨਾਲ ਗਾਲਾਂ ਕੱਢਣ ਦੇ, ਕਿਉਂਕਿ ਮੈਨੂੰ ਪਤਾ ਨਹੀਂ ਲੱਗਾ ਉਹ ਵਿਚਾਰੀ ਨੇ ਕੀ ਕਿਹਾ। How did you decide what are you going to wear? ਵੈਸੇ ਮੈਂ ਇਦਾਂ ਡਿਸਾਈਡ ਨਹੀਂ ਕੀਤਾ, ਆਈ ਜਸਟ ਆਸਕ ਵਾਟ ਆਰ ਮਾਈ co-stars wearing, ਫਿਰ ਮੈਂ ਪਤਾ ਲਾਇਆ, ਮੈਂ ਦੋ ਤਿੰਨ ਆਪਸ਼ਨ ਲੈ ਕੇ ਆਈ ਸੀ, ਫਿਰ ਮੈਂ ਆਹ ਚੂਜ਼ ਕਰ ਲਿਆ। ਤੇ ਮੈਂ ਇਹ ਵੀ ਨਹੀਂ ਪੁੱਛਿਆ ਮੇਰੇ ਕੋ-ਸਟਾਰ ਕੀ ਪਾ ਰਿਹਾ, ਮੈਨੂੰ ਜੋ ਪਸੰਦ ਮੈਂ ਉਹ ਪਾ ਰਹੀ। ਵਾਹ, ਐਂਡ ਜੇ ਕਲਰ ਮੈਚ ਹੋ ਰਿਹਾ ਠੀਕ ਆ, ਨਹੀਂ ਤਾਂ ਫਿਰ ਚੇਂਜ ਕਰ ਲਾਂਗੇ। ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ, ਕਿਉਂਕਿ ਮੈਂ ਬਹੁਤ ਚਿਰ ਤੱਕ ਇੰਗਲੈਂਡ ਆਇਆ ਤੇ ਮੈਂ Airbnb ਤੇ ਰਹਿ ਰਿਹਾ ਸੀ, ਉੱਥੇ ਧੋਣ ਨੂੰ ਕੱਪੜੇ ਨਹੀਂ ਧੋਤੇ, ਸੋ ਇਹੀ ਬਚਿਆ ਸੀ। ਇਸ ਤੋਂ ਬਾਅਦ ਸਭ ਗੰਦਾ ਹੈ, ਸੋ ਇਸ ਕਰਕੇ ਇਹ ਪਾਇਆ।